ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਕੈਨੇਡਾ ਨਾਓ, ਜਿੱਥੇ ਗੱਲਬਾਤ ਕੈਨੇਡਾ ਦੀਆਂ ਵੱਡੀਆਂ ਖਬਰਾਂ ਦੀ ਕਰਾਂਗੇ। ਸੋ ਵਿਚਾਰ ਜਿਹੜੇ ਨੇ ਉਹ ਅਸੀਂ ਸਿਆਸੀ ਖਬਰਾਂ ਦੇ ਉੱਪਰ ਵੀ ਹਾਸਲ ਕਰਾਂਗੇ, ਹੋਰ ਵੀ ਬਹੁਤ ਸਾਰੀਆਂ ਗੱਲਾਂ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਆਪਣੇ ਸਹਿਯੋਗੀ ਮਨਦੀਪ ਸਿੰਘ ਟੁੱਟ ਦੇ ਨਾਲ। ਸੋ ਮਨਦੀਪ ਜੀ, ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ। ਜੀ ਬਹੁਤ ਬਹੁਤ ਧੰਨਵਾਦ ਇੰਦਰਪ੍ਰੀਤ ਜੀ। ਜੀ ਸੋ ਮਨਦੀਪ ਜੀ, ਸਭ ਤੋਂ ਪਹਿਲਾਂ ਅਸੀਂ ਸ਼ੁਰੂਆਤ ਦੇ ਵਿੱਚ ਗੱਲ ਕਰਨਾ ਚਾਹੋਗੇ ਕੈਨੇਡਾ ਤੋਂ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦਾ ਕਤਲ ਕੀਤਾ ਗਿਆ। ਨੋਵਾ ਸਕੋਸ਼ੀਆ ਤੋਂ ਇਹ ਘਟਨਾ ਸਾਹਮਣੇ ਆਈ ਹੈ। ਜਿਸ ਨੌਜਵਾਨ ਦਾ ਕਤਲ ਕੀਤਾ ਗਿਆ ਉਸ ਦਾ ਨਾਮ ਪ੍ਰਭਜੋਤ ਸਿੰਘ ਹੈ। ਗੋਫੰਡਮੀ ਚਲਾਇਆ ਗਿਆ ਹੈ ਉਸਦੇ ਜਿਹੜਾ ਮ੍ਰਿਤਕ ਸਰੀਰ ਹੈ ਉਸਨੂੰ ਪੰਜਾਬ ਭੇਜਿਆ ਜਾਵੇ ਉਸਦੇ ਮਾਂ-ਬਾਪ ਦੇ ਕੋਲ। ਪਰ ਇਹ ਜੋ ਘਟਨਾ ਸਾਹਮਣੇ ਆਈ ਹੈ ਜਿੱਥੇ ਪ੍ਰਭਜੋਤ ਸਿੰਘ ਦਾ ਕਤਲ ਕੀਤਾ ਗਿਆ, ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਜੀ ਬਿਲਕੁਲ ਇੰਦਰਪ੍ਰੀਤ, ਬਹੁਤ ਹੀ ਦਰਦਨਾਕ ਘਟਨਾ ਜਿਹੜੀ ਇਹ ਵਾਪਰੀ ਹੈ। ਸਭ ਤੋਂ ਪਹਿਲਾਂ ਤਾਂ ਘਟਨਾ ਬਾਰੇ ਜਾਣਕਾਰੀ ਦੇ ਦਈਏ ਕਿ ਇਹ ਨੌਜਵਾਨ ਜਿਹਦੀ 20 ਸਾਲ ਦੇ ਨੇੜੇ ਤੇੜੇ ਉਮਰ ਦੱਸੀ ਜਾ ਰਹੀ ਹੈ, ਹੱਲੇ 20ਵਾਂ ਸਾਲ ਟੱਪਿਆ ਹੀ ਸੀਗਾ ਔਰ ਲਗਭਗ 2017 ਦੇ ਵਿੱਚ ਕੈਨੇਡਾ ਇਹ ਸਟੂਡੈਂਟ ਵੀਜ਼ਾ ਉੱਤੇ ਪੜ੍ਹਨ ਆਇਆ ਸੀ, ਸਟੱਡੀ ਵੀਜ਼ਾ ਉੱਤੇ। ਔਰ ਇਸ ਵਕਤ ਨੋਵਾ ਸਕੋਸ਼ੀਆ ਦੇ ਵਿੱਚ, ਜੋ ਕਿ ਕੈਨੇਡਾ ਦੀ ਇੱਕ ਪ੍ਰੋਵਿੰਸ ਆ, ਉੱਥੇ ਜਾ ਕੇ ਰਹਿ ਰਿਹਾ ਸੀ। ਔਰ ਜਾਣਕਾਰੀ ਮੁਤਾਬਕ ਹੁਣ ਤੱਕ ਜੋ ਇਹਦੇ ਦੋਸਤ ਦੱਸ ਰਹੇ ਨੇ ਕਿ ਉੱਥੇ ਇਹ ਆਪਣੀ ਭੈਣ ਅਤੇ ਭੈਣ ਦੇ ਪਤੀ ਨਾਲ ਜਿਹੜਾ ਉੱਥੇ ਸਾਂਝੇ ਤੌਰ ਤੇ ਇੱਕ ਅਪਾਰਟਮੈਂਟ ਦੇ ਵਿੱਚ ਰਹਿ ਰਿਹਾ ਸੀ। ਔਰ ਇੱਥੇ ਦੇ ਲੋਕ ਜਾਣਦੇ ਆ ਕਿ ਕਿਉਂਕਿ ਕੁਝ ਇਸ ਤਰੀਕੇ ਦੇ ਸੂਬੇ ਹੈਗੇ ਨੇ ਜਿੱਥੇ ਪਾਪੂਲੇਸ਼ਨ ਹੱਲੇ ਘੱਟ ਆ, ਹੱਲੇ ਉਨੀ ਉੱਥੇ ਜਿਹੜੀ ਆ ਉਹ ਲੋਕਾਂ ਦੀ ਗਿਣਤੀ ਨਹੀਂ ਹੋਈ ਆ, ਜਿਸ ਕਰਕੇ ਉੱਥੇ ਦੇ ਇਮੀਗ੍ਰੇਸ਼ਨ ਜਿਹੜੇ ਕਾਨੂੰਨ ਆ ਥੋੜੇ ਸੌਖੇ ਨੇ। ਉੱਥੇ ਫਾਈਲਾਂ ਛੇਤੀ ਲੱਗ ਜਾਂਦੀਆਂ ਨੇ, ਪੀਆਰ ਦਾ ਪ੍ਰਬੰਧ ਛੇਤੀ ਹੋ ਜਾਂਦਾ। ਸੋ ਬਹੁਤ ਸਾਰੇ ਨੌਜਵਾਨ ਅੱਜ ਕੱਲ੍ਹ ਜੋ ਹੋਰਨਾਂ ਸੂਬਿਆਂ ਵਿੱਚ ਪੜ੍ਹਾਈ ਕਰਕੇ ਉੱਥੇ ਚਲੇ ਵੀ ਜਾਂਦੇ ਆ ਤੇ ਕੁਝ ਸਿੱਧੇ ਉੱਥੇ ਪੜ੍ਹਾਈ ਲੈ ਕੇ ਆਉਂਦੇ ਵੀ ਨੇ। ਸੋ ਇਹ ਨੌਜਵਾਨ ਵੀ ਇਸੇ ਤਰੀਕੇ ਨਾਲ ਨੋਵਾ ਸਕੋਸ਼ੀਆ ਵਿੱਚ ਰਹਿ ਰਿਹਾ ਸੀ, ਜਿੱਥੇ ਬਹੁਤ ਘੱਟ ਪੰਜਾਬੀ ਨੌਜਵਾਨ ਜਾਂ ਇਮੀਗ੍ਰੈਂਟ ਜਿਹੜੀ ਕਮਿਊਨਿਟੀ ਉੱਥੇ ਰਹਿੰਦੀ ਆ। ਸੋ ਘਟਨਾ ਜਿਹੜੀ ਆ ਕੈਨੇਡਾ ਦੇ ਸ਼ਾਮ ਜਾਂ ਦੇਰ ਰਾਤ ਸ਼ਨੀਵਾਰ ਦੱਸੀ ਜਾ ਰਹੀ ਆ, ਕਿਉਂਕਿ ਪੜ੍ਹਾਈ ਹੁਣ ਪੂਰੀ ਕਰ ਚੁੱਕਾ ਸੀ ਪ੍ਰਭਜੋਤ ਅਤੇ ਇਸ ਵਕਤ ਟੈਕਸੀ ਉੱਥੇ ਚਲਾ ਰਿਹਾ ਸੀਗਾ, ਵਰਕ ਪਰਮਿਟ ਉੱਤੇ ਸੀਗਾ ਅਤੇ ਪੀਆਰ ਲਈ ਇਹਨੇ ਅਪਲਾਈ ਕੀਤਾ ਹੋਇਆ ਸੀ। ਪਰ ਜੋ ਇਹਦੇ ਦੋਸਤ ਦੱਸ ਰਹੇ ਨੇ, ਜੋ ਹੁਣ ਤੱਕ ਸਾਹਮਣੇ ਆਇਆ, ਕਿ ਜਦੋਂ ਇਹ ਅੱਧੀ ਕੁ ਰਾਤ ਨੂੰ ਵਾਪਸ ਆਇਆ ਟੈਕਸੀ ਚਲਾ ਕੇ ਤਾਂ ਕਿਸੇ ਨੇ ਇਸ ਦੇ ਪਿੱਛੋਂ ਹਮਲਾ ਕੀਤਾ, ਤੇਜ਼ਧਾਰ ਚਾਕੂ ਦੇ ਨਾਲ ਗਰਦਨ ਤੇ ਲਗਭਗ 3-4 ਵਾਰ ਹੋਏ ਦੱਸੇ ਜਾ ਰਹੇ ਨੇ, ਜਿਸ ਤੋਂ ਬਾਅਦ ਇਹਦੀ ਉੱਥੇ ਕੁਝ ਸਮੇਂ ਬਾਅਦ ਹੀ ਮੌਕੇ ਤੇ ਮੌਤ ਹੋ ਗਈ। ਔਰ ਪੁਲਿਸ ਵੱਲੋਂ ਵੀ ਕੁਝ ਇਸੇ ਤਰੀਕੇ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਸੋ ਪ੍ਰਭਜੋਤ ਸਿੰਘ ਇਹਦਾ ਨਾਮ ਹੈ, ਜਿਵੇਂ ਉਮਰ ਦੱਸਿਆ ਕਿ 20 ਸਾਲ ਹੈ। ਸੋ ਇਹ ਦਰਦਨਾਕ ਘਟਨਾ ਉੱਥੇ ਵਾਪਰੀ ਆ। ਪਰ ਜੋ ਇਸ ਵਕਤ ਪ੍ਰਭਜੋਤ ਦੇ ਉੱਥੇ ਦੋਸਤ ਦੱਸ ਰਹੇ ਨੇ, ਉਹ ਦੱਸ ਰਹੇ ਨੇ ਕਿ ਪ੍ਰਭਜੋਤ ਦੇ ਕੋਲ ਕਿਸੇ ਵੀ ਤਰੀਕੇ ਦੀ ਉਹਦੇ ਨਾਲ ਲੁੱਟਮਾਰ ਕਰਨ ਦੀ ਜਿਹੜੀ ਘਟਨਾ ਨਹੀਂ ਵਾਪਰੀ। ਉਹਦਾ ਫੋਨ ਉਹਦੀ ਜੇਬ ਵਿੱਚ ਆ, ਉਹਦਾ ਪਰਸ ਉਹਦੀ ਜੇਬ ਵਿੱਚ ਆ ਔਰ ਉਹ ਕੋਈ ਨਸ਼ਾ ਨਹੀਂ ਕਰਦਾ ਸੀ। ਕੋਈ ਬਹੁਤੇ ਉਹਦੇ ਪੰਜਾਬੀ ਭਾਈਚਾਰੇ ਤੋਂ ਬਾਅਦ ਜਾਂ ਉਹਦੇ ਦੋਸਤਾਂ ਤੋਂ ਇਲਾਵਾ ਕੋਈ ਹੋਰ ਲੋਕ ਬਹੁਤੇ ਉਹਨੂੰ ਜਾਣਦੇ ਨਹੀਂ ਸੀ। ਨਾ ਕਿਸੇ ਨਾਲ ਗੱਲਬਾਤ ਕਰਦਾ ਸੀਗਾ ਔਰ ਨਾ ਹੀ ਉਸਦਾ ਕਿਸੇ ਨਾਲ ਲੜਾਈ ਝਗੜਾ ਸੀ, ਨਾ ਉਸ ਨਾਲ ਲੁੱਟਮਾਰ ਹੋਈ ਆ। ਸੋ ਸੰਭਾਵੀ ਤੌਰ ਤੇ ਦੇਖਿਆ ਜਾ ਰਿਹਾ ਕਿ ਇਹ ਇੱਕ ਹੇਟ ਕ੍ਰਾਈਮ ਦੀ ਘਟਨਾ ਆ ਔਰ ਕਿਸੇ ਨਫ਼ਰਤ ਨਾਲ ਭਰੇ ਵਿਅਕਤੀ ਨੇ ਇਸ ਨੌਜਵਾਨ ਦਾ ਕਤਲ ਕੀਤਾ ਆ। ਸੋ ਇਹਦੇ ਲਈ ਰਕਮ ਵੀ ਇਕੱਠੀ ਕੀਤੀ ਜਾ ਰਹੀ ਹੈ। ਸੋ ਪਹਿਲਾਂ ਵੀ ਕੈਨੇਡਾ 'ਚ ਕਈ ਥਾਵਾਂ ਤੇ ਜਿਹੜੀ ਆ ਉਹ ਇਸ ਤਰੀਕੇ ਦੀ ਨਫ਼ਰਤ ਦੇਖਣ ਨੂੰ ਮਿਲੀ ਆ, ਖਾਸ ਕਰਕੇ ਜੇ ਅਸੀਂ ਗੁਆਂਢੀ ਮੁਲਕ ਦੀ ਗੱਲ ਕਰੀਏ ਅਮਰੀਕਾ ਵਿੱਚ, ਤਾਂ ਉੱਥੇ ਤਾਂ ਬਹੁਤ ਜ਼ਿਆਦਾ ਇਸ ਤਰੀਕੇ ਦੀਆਂ ਘਟਨਾਵਾਂ ਵਾਪਰਦੀਆਂ ਨੇ। ਪਰ ਕੈਨੇਡਾ ਦੇ ਵਿੱਚ ਵੀ ਕਈ ਵਾਰ ਇਸ ਤਰੀਕੇ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ। ਸੋ ਹਾਲੇ ਤੱਕ ਹੀ ਪੁਲਿਸ ਨੇ ਕੁਝ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ, ਪਰ ਦੋਸਤ ਇਹੀ ਸ਼ੱਕ ਕਰ ਰਿਹਾ ਵੀ ਕਿਸੇ ਹੇਟ ਕ੍ਰਾਈਮ ਦਾ ਜਿਹੜਾ ਸ਼ਿਕਾਰ ਇਸ ਵਕਤ ਬਣਿਆ। ਔਰ ਇਹ ਤੋਂ ਇਲਾਵਾ ਜਿਹੜਾ ਵਾ ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਅਸੀਂ ਜਿਹੜਾ ਇੱਥੇ ਬਹੁਤਾ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਹਾਂ, ਕਿਉਂਕਿ ਉਹਨਾਂ ਦੇ ਇੱਕ ਅਜਿਹੇ ਦੋਸਤ ਨਾਲ ਅਜਿਹੀ ਘਟਨਾ ਵਾਪਰੀ ਆ ਜੋ ਬਿਲਕੁਲ ਨਿਰਦੋਸ਼ ਸੀਗਾ। ਕਿਸੇ ਨਾਲ ਉਹਦਾ ਕੋਈ ਲੜਾਈ ਝਗੜਾ ਨਹੀਂ ਸੀ, ਨਾ ਕਿਸ ਨੂੰ ਵੱਧ ਘੱਟ ਬੋਲਦਾ ਸੀ ਔਰ ਨਾ ਕਿਸੇ ਤਰੀਕੇ ਦਾ ਕੋਈ ਨਸ਼ਾ ਕਰਦਾ ਸੀ। ਆਪਣੇ ਕੰਮ ਨਾਲ ਮਤਲਬ ਰੱਖਦਾ ਸੀ। ਔਰ ਵੈਸੇ ਵੀ ਉਹਨਾਂ ਦੋਸਤਾਂ ਨੇ ਦੱਸਿਆ ਕਿ ਅਸੀਂ ਇੱਥੇ ਬਹੁਤ ਘੱਟ ਲੋਕ ਜਿਹੜੇ ਇੱਥੇ ਰਹਿੰਦੇ ਆ ਇਸ ਸ਼ਹਿਰ ਦੇ ਵਿੱਚ, ਇਸ ਸੂਬੇ ਦੇ ਵਿੱਚ, ਔਰ ਅਸੀਂ ਬਹੁਤਾ ਕਿਸੇ ਗੱਲ 'ਚ ਪੈਂਦੇ ਵੀ ਨਹੀਂ। ਸੋ ਇਹਨਾਂ ਚੀਜ਼ਾਂ ਤੋਂ ਅਸੀਂ ਦੂਰ ਰਹਿੰਦੇ ਹਾਂ। ਪਰ ਇਹਦੇ ਬਾਵਜੂਦ ਵੀ ਜੇਕਰ ਉਹਨਾਂ ਦੇ ਦੋਸਤ ਨਾਲ ਇਸ ਤਰੀਕੇ ਦੀ ਘਟਨਾ ਵਾਪਰੀ ਆ ਤਾਂ ਇਸ ਤੋਂ ਕਾਫੀ ਡਰੇ ਹੋਏ ਨੇ। ਉਮੀਦ ਉਹਨਾਂ ਨੂੰ ਹੈਗੀ ਹੈ ਕਿ ਪੁਲਿਸ ਉਹਨਾਂ ਦੇ ਦੋਸਤ ਦਾ ਇਨਸਾਫ ਕਰੇਗੀ। ਪਰ ਮਾਪਿਆਂ ਨੂੰ ਮ੍ਰਿਤਕ ਦੇਹ ਭੇਜਣ ਲਈ ਇੱਕ ਗੋਫੰਡਮੀ ਦਾ ਜਿਹੜਾ ਪੇਜ ਤਿਆਰ ਕੀਤਾ ਗਿਆ। ਹਾਲਾਂਕਿ ਜਿੰਨੇ ਕੁ ਫੰਡ ਦੀ ਲੋੜ ਦੱਸੀ ਜਾ ਰਹੀ ਸੀ, ਲਗਭਗ ਦੱਸਿਆ ਜਾ ਰਿਹਾ ਕਿ ਉਹਨਾਂ ਕੁ ਪੂਰਾ ਹੋ ਚੁੱਕਾ ਆ। ਸੋ ਇਸ ਤਰੀਕੇ ਨਾਲ ਜਿਹੜੀ ਆ ਇਹ ਘਟਨਾ ਵਾਪਰੀ ਆ, ਜਿਸ ਤੇ ਸਿਰਫ ਨੋਵਾ ਸਕੋਸ਼ੀਆ ਨਹੀਂ, ਪੂਰੇ ਕੈਨੇਡਾ ਦੇ ਵਿੱਚ ਜਿੱਥੇ ਇੱਥੇ ਪੰਜਾਬੀ ਭਾਈਚਾਰਾ ਵਸਦਾ, ਜਿਹਦੇ ਤੱਕ ਵੀ ਇਹ ਖਬਰ ਪਹੁੰਚੀ ਹੈ, ਇਸ ਖਬਰ ਤੇ ਸੋਗ ਪ੍ਰਗਟਾ ਰਿਹਾ, ਅਫਸੋਸ ਪ੍ਰਗਟਾ ਰਿਹਾ ਔਰ ਇਸ ਗੱਲ ਦੀ ਮੰਗ ਕਰ ਰਿਹਾ ਕਿ ਜਿਹੜੀ ਸੁਰੱਖਿਆ ਆ
ਉਹ ਯਕੀਨੀ ਤੌਰ ਤੇ ਸਭ ਨੂੰ ਮਿਲਣੀ ਚਾਹੀਦੀ ਹੈ। ਜੀ ਬਿਲਕੁਲ। ਅੱਛਾ ਮਨਦੀਪ ਜੀ, ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ, ਸਰੀ ਦੇ ਵਿੱਚ ਇੱਕ ਰੈਲੀ ਹੋਈ ਹੈ, ਰੈਲੀ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਹੈ, ਮੰਗਾਂ ਸਨ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ। ਸੋ ਇਸ ਦੇ ਬਾਰੇ ਜਾਣਕਾਰੀ ਹਾਸਲ ਕਰਨਾ ਚਾਹੋਗੇ। ਜਿਹੜੀ ਹੋਪ ਵੈਲਫੇਅਰ ਸੁਸਾਇਟੀ ਵੱਲੋਂ ਇਹ ਰੈਲੀ ਕਰਵਾਈ ਗਈ ਹੈ, ਇਸ ਦੇ ਵਿੱਚ ਉਹਨਾਂ ਦੀਆਂ ਕਿਹੜੀਆਂ ਮੰਗਾਂ ਸਨ ਜੋ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਨੇ? ਜੀ ਬਿਲਕੁਲ ਜੀ, ਹੁਣ ਨਾਮ ਹੋਪ ਸੇਵਾ ਸੁਸਾਇਟੀ ਜਿਹੜਾ ਇਹਨਾਂ ਨੇ ਰੱਖ ਲਿਆ ਇਸ ਜਥੇਬੰਦੀ ਦਾ, ਔਰ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਆ। ਲਗਭਗ 1 ਸਾਲ ਦਾ ਸਮਾਂ ਜੇਕਰ ਅਸੀਂ ਕਹੀਏ ਤਾਂ ਇਹਨਾਂ ਨੂੰ ਹੋ ਗਿਆ, ਜਦੋਂ ਪਿਛਲੇ ਸਾਲ ਇਹਨਾਂ ਨੇ ਸੰਘਰਸ਼ ਸ਼ੁਰੂ ਕੀਤਾ ਸੀਗਾ। ਕਿਉਂਕਿ ਬਹੁਤ ਸਾਰੇ ਲੋਕ ਇਸ ਤਰੀਕੇ ਦੇ ਅਜਿਹੇ ਨੇ ਜਿਨ੍ਹਾਂ ਨੂੰ ਜੋ ਕਿ ਇਸ ਵਕਤ ਸਿਸਟਮ ਨੇ ਇਮੀਗ੍ਰੇਸ਼ਨ ਦੇ ਪੀਆਰ ਦੇ, ਜਿਹਦੇ ਵਿੱਚ ਐਕਸਪ੍ਰੈਸ ਐਂਟਰੀ ਡਰਾਅ ਆ ਜਾਂ ਪੀਐਨਪੀ ਡਰਾਅ ਆ, ਉਹਦੇ ਵਿੱਚ ਜਿਹੜੀ ਇੱਕ ਰਿਕੁਆਇਰਮੈਂਟ ਹੈ ਇਹਨਾਂ ਦੀ, ਹਾਲਾਂਕਿ ਜੇ ਕੰਮ ਦੇ ਤੌਰ ਤੇ ਦੇਖੀਏ ਤਾਂ ਇਹ ਨਿਪੁੰਨ ਨੇ, ਇਹਨਾਂ ਦੇ ਤਜਰਬੇ ਪੂਰੇ ਨੇ, ਐਕਸਪੀਰੀਅੰਸ ਕਈ ਸਾਲਾਂ ਦਾ ਆ, ਕਈਆਂ ਨੂੰ ਤਾਂ 10-10 ਸਾਲ ਵੀ ਹੋ ਗਏ, 15 ਸਾਲ ਵੀ ਹੋ ਗਏ, ਪਰ ਹਾਲੇ ਤੱਕ ਪੀਆਰ ਨਹੀਂ ਮਿਲੀ ਆ। ਸਮੱਸਿਆ ਇਹ ਆਉਂਦੀ ਹੈ ਕਿ ਲੈਂਗੁਏਜ ਦੇ ਨਾਲ ਜਿਹੜਾ ਸਕੋਰ ਜਿਹੜਾ ਵਾ ਉਹ ਬਹੁਤ ਜ਼ਿਆਦਾ ਉੱਪਰ ਨੂੰ ਜਾਂਦਾ ਆ, ਪਰ ਇਹ ਲੋਕ ਜਿਹੜੇ ਆ ਉਹ ਆਈਲੈਟਸ ਨਹੀਂ ਕਰ ਸਕਦੇ। ਕਈਆਂ ਦੀ ਉਮਰ ਅੱਧ ਖੜ ਹੋ ਗਈ ਆ, ਕਈਆਂ ਦੀ 50 ਤੋਂ ਵੀ ਪਾਰ ਅਸੀਂ ਕਹਿ ਸਕਦੇ। ਵਿੱਚ ਕੁਝ ਵਿਅਕਤੀ ਇਸ ਤਰੀਕੇ ਦੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈਗੇ ਨੇ, ਔਰ ਆਈਲੈਟਸ ਇਸ ਵਕਤ ਤੋਂ ਕਲੀਅਰ ਨਹੀਂ ਕਰ ਸਕਦੇ ਕਿਉਂਕਿ ਆਈਲੈਟਸ ਵਾਲਾ ਕੰਮ ਬੜਾ ਤਕਨੀਕੀ ਆ, ਸਿੱਧੀ ਸਾਦੀ ਅੰਗਰੇਜ਼ੀ ਇਹ ਬੋਲ ਲੈਂਦੇ ਨੇ। ਬੇਸ਼ੱਕ ਪਿਛਲੇ ਦਿਨੀ ਸਕੋਰ ਬਹੁਤ ਜ਼ਿਆਦਾ ਡਾਊਨ ਆ ਗਿਆ ਸੀ, ਪਰ ਇਹ ਉੱਥੋਂ ਤੱਕ ਵੀ ਨਹੀਂ ਪਹੁੰਚਾ ਕਿ ਇਹ ਫੇਰ ਵੀ ਕੁਆਲੀਫਾਈ ਕਰ ਜਾਂਦੇ। ਸੋ ਇਹਨਾਂ ਦੀ ਕੈਨੇਡਾ ਸਰਕਾਰ ਤੋਂ ਲਗਾਤਾਰ ਇਹ ਮੰਗਿਆ ਕਿ ਉਹ ਕਈ ਸਾਲਾਂ ਤੋਂ ਟੈਕਸ ਭਰਦੇ ਆ ਰਹੇ ਨੇ, ਕਈਆਂ ਦਾ ਸ਼ੋਸ਼ਣ ਵੀ ਹੋ ਰਿਹਾ ਕਿਉਂਕਿ ਉਹਨਾਂ ਨੂੰ ਮਜਬੂਰਨ ਫਿਰ ਕਈ ਪੱਕੀਆਂ ਥਾਵਾਂ ਤੇ ਕੰਮ ਕਰਨਾ ਪੈਂਦਾ। ਜਿਨ੍ਹਾਂ ਦੇ ਕਲੋਜ਼ਡ ਵਰਕ ਪਰਮਿਟ ਹੁੰਦੇ ਆ, ਉਹਨਾਂ ਚੋਂ ਕੁਝ ਨੇ ਅਜਿਹੀਆਂ ਸ਼ਿਕਾਇਤਾਂ ਵੀ ਕੀਤੀਆਂ, ਹਾਲਾਂਕਿ ਸਾਰਿਆਂ ਨਹੀਂ ਪਰ ਕੁਝ ਨੇ ਜ਼ਰੂਰ ਕੀਤੀਆਂ ਨੇ। ਸੋ ਇਸ ਤਰੀਕੇ ਨਾਲ ਕਹਿਣਾ ਕਿ ਅਸੀਂ ਤਕਰੀਬਨ ਜੇਕਰ ਅਸੀਂ ਕਹੀਏ, ਔਰ ਇੱਕ ਹੋਰ ਉਦਾਹਰਨ ਜਿਹੜੀ ਇੱਕ ਹੋਰ ਮਿਸਾਲ ਦਰਸ਼ਕਾਂ ਨਾਲ ਸਾਂਝੀ ਕਰਦੇ ਹਾਂ, ਕੁਝ ਵਿਅਕਤੀ ਇਸ ਤਰੀਕੇ ਦੇ ਵੀ ਨੇ ਜਿਹੜਾ ਹੋਰਨਾਂ ਮੁਲਕਾਂ ਤੋਂ, ਕੋਈ ਇੰਗਲੈਂਡ ਤੋਂ ਜਾਂ ਯੂਰਪ ਦੀਆਂ ਕੰਟਰੀਆਂ ਤੋਂ, ਕਿਉਂਕਿ ਉਸ ਵਕਤ ਜੇਕਰ ਅਸੀਂ ਕਹੀਏ ਤਾਂ ਕੈਨੇਡਾ ਦੇ ਵਿੱਚ ਉਹਨਾਂ ਦਾ ਕਹਿਣਾ ਸੀ ਕਿ ਜਦੋਂ ਜਿਸ ਵਕਤ ਅਸੀਂ ਆਏ ਸੀ ਉਸ ਵਕਤ ਪੀਆਰ ਦੇ ਲਈ ਜਿਹੜੀ ਲੈਂਗੁਏਜ ਟੈਸਟ ਆ, ਇੰਗਲਿਸ਼ ਜਾਂ ਆਈਲੈਟਸ ਆ, ਉਹ ਉਦੋਂ ਨਹੀਂ ਹੁੰਦੀ ਸੀ। ਪਰ ਜਦੋਂ ਅਸੀਂ ਇੱਥੇ ਆਏ ਤਾਂ ਉਸ ਤੋਂ ਬਾਅਦ ਜਦੋਂ ਅਸੀਂ ਪੀਆਰ ਹੋਣਾ ਸੀ, ਉਦੋਂ ਇਹ ਜਿਹੜਾ ਸੀ ਕਾਨੂੰਨ ਬਣ ਗਿਆ ਕਿ ਆਈਲੈਟਸ ਕਲੀਅਰ ਕਰਨੀ ਵੀ ਜ਼ਰੂਰੀ ਹੋਗੀ। ਤੇ ਉਸ ਤੋਂ ਲੈ ਕੇ ਅੱਜ ਤੱਕ ਤਕਰੀਬਨ 1 ਦਹਾਕੇ ਤੋਂ ਕਹਿੰਦੇ ਵੱਧ ਦਾ ਸਮਾਂ ਹੋ ਗਿਆ, ਜਾਂ ਕਈਆਂ ਨੂੰ 15-15 ਸਾਲ ਹੋ ਗਏ ਅਸੀਂ ਇਸੇ ਤਰੀਕੇ ਨਾਲ ਫਸੇ ਹੋਏ ਆ। ਸੋ ਉਹਨਾਂ ਦੀ ਮੰਗ ਆ ਕਿ ਕੋਵਿਡ ਦੇ ਵਿੱਚ ਵੀ ਉਹਨਾਂ ਨੇ ਫਰੰਟਰ ਵਾਰੀਅਰ ਬਣ ਕੇ ਜਿਹੜਾ ਉਹ ਕੰਮ ਕੀਤਾ ਆ। ਸੋ ਉਹਨਾਂ ਨੂੰ ਹੁਣ ਸੁਣੇ ਸਰਕਾਰ ਉਹਨਾਂ ਦੀ, ਤੇ ਇਸੇ ਤਰੀਕੇ ਨਾਲ ਉਹਨਾਂ ਨੂੰ ਪੀਆਰ ਦੇਵੇ। ਉਹ ਕਹਿੰਦੇ ਵੀ ਅਸੀਂ ਕੈਨੇਡੀਅਨ ਸਿਸਟਮ ਉੱਤੇ ਕੋਈ ਬੋਝ ਨਹੀਂ ਬਣਦੇ ਆ, ਅਸੀਂ ਆਪਣੇ ਗੁਜ਼ਾਰੇ ਜੋਗੀ ਇਸ ਸਿਸਟਮ 'ਚ ਰਹਿਣ ਜੋਗੀ ਇੰਗਲਿਸ਼ ਬੋਲ ਲੈਂਦੇ ਆ। ਪਰ ਆਈਲੈਟਸ ਦਾ ਕੰਮ ਜਿਹੜਾ ਬੜਾ ਤਕਨੀਕੀ ਆ, ਔਰ ਇਹਦੇ ਸੰਬੰਧੀ ਇੱਕ ਪਟੀਸ਼ਨ ਵੀ ਸਾਈਨ ਕਰਵਾਈ ਗਈ ਸੀ, ਹਜ਼ਾਰਾਂ ਲੋਕਾਂ ਨੇ ਉਹਦੇ ਤੇ ਸਾਈਨ ਕੀਤੇ। ਇੱਕ ਪਟੀਸ਼ਨ ਇਸ ਤਰੀਕੇ ਦੀ ਵੀ ਸੀ ਜਿਹਦੇ ਉੱਤੇ ਸਿਰਫ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਟ ਤੇ ਸਿਟੀਜ਼ਨ ਜਿਹੜੇ ਉਹ ਸਾਈਨ ਕਰ ਸਕਦੇ ਸੀ, ਉਹ ਵੀ ਜਿਹੜੀ ਆ ਪਾਰਲੀਮੈਂਟ ਨੂੰ ਭੇਜੀ ਗਈ। ਸਰੀ ਤੋਂ 2 ਇਸ ਵਕਤ ਜਿਹੜੇ ਐਮਪੀ ਨੇ, ਜਿਹਦੇ ਵਿੱਚ ਰਣਦੀਪ ਸਰਾਏ ਤੇ ਸੁਖ ਧਾਲੀਵਾਲ ਉਹਨਾਂ ਦੀ ਗੱਲ ਕਰ ਸਕਦੇ ਆ, ਉਹਨਾਂ ਵੱਲੋਂ ਵੀ ਜਿਹੜਾ ਸੀ ਇਮੀਗ੍ਰੇਸ਼ਨ ਕਮੇਟੀ ਦੇ ਵਿੱਚ ਇਹਦੀ ਗੱਲ ਕੀਤੀ ਗਈ। ਅੱਗੇ ਜਾ ਕੇ ਪਾਰਲੀਮੈਂਟ ਵਿੱਚ ਵੀ ਇਸ ਤੇ ਬਹਿਸ ਹੋਈ ਆ। ਸੋ ਉਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਇੱਕ ਵਾਰੀ ਫਿਰ ਇਹ ਕੱਲ ਇਕੱਠੇ ਹੋਏ ਸੀਗੇ ਤੇ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰ ਤੁਰੰਤ ਉਹਨਾਂ ਦੀਆਂ ਮੰਗਾਂ ਮੰਨੇ। ਫਿਲਹਾਲ ਇਸ ਵਕਤ ਇਲੈਕਸ਼ਨ ਚੱਲ ਰਹੇ ਨੇ, ਸੋ ਫਿਲਹਾਲ ਤਾਂ ਕੋਈ ਇਹੋ ਜਿਹਾ ਫੈਸਲਾ ਸ਼ਾਇਦ ਨਹੀਂ ਹੋ ਸਕਦਾ ਕਿਉਂਕਿ ਇਸ ਵਕਤ ਪਾਰਲੀਮੈਂਟ ਵੀ ਭੰਗ ਕਰ ਦਿੱਤੀ ਗਈ ਹੈ, ਕੋਈ ਕਾਨੂੰਨ ਪਾਸ ਨਹੀਂ ਹੋ ਸਕਦਾ। ਖੈਰ ਦੇਖਦੇ ਹਾਂ ਕਿ ਅੱਗੇ ਜਾ ਕੇ ਇਹਨਾਂ ਦੀ ਮੰਗ ਮੰਨੀ ਜਾਂਦੀ ਹੈ ਨਹੀਂ ਜਾਂਦੀ, ਪਰ ਇੰਨਾ ਜ਼ਰੂਰ ਹੈ ਕਿ ਕੋਈ ਲੋਕ ਇਸ ਤਰੀਕੇ ਦੇ ਨੇ ਜਿਨ੍ਹਾਂ ਨੂੰ ਕਈ ਸਾਲ ਹੋ ਗਏ ਨੇ ਪਰ ਹਾਲੇ ਤੱਕ ਉਹਨਾਂ ਨੂੰ ਪੀਆਰ ਨਹੀਂ ਮਿਲੀ ਆ। ਜਦਕਿ ਇੱਥੇ ਆ ਕੇ ਕਈ ਵਿਅਕਤੀ, ਕਈ ਤਾਂ ਹਾਲਾਂਕਿ ਇੰਡੀਆ ਤੋਂ ਆਪਣੀ ਯੋਗਤਾ ਦੇ ਹਿਸਾਬ ਨਾਲ ਇੱਥੇ ਪੀਆਰ ਹੋ ਕੇ ਆਉਂਦੇ ਨੇ, ਪਰ ਜੇਕਰ ਕੋਈ ਇੱਥੇ ਕੰਮ ਕਰਨ ਵੀ ਆਉਂਦਾ, ਪੜ੍ਹਨ ਵੀ ਆਉਂਦਾ, ਤਾਂ ਕਈ ਇਸ ਤਰੀਕੇ ਦੇ ਵੀ ਹੈਗੇ ਨੇ ਜਿਨ੍ਹਾਂ ਨੂੰ 2 ਜਾਂ 3 ਸਾਲ ਦੇ ਅੰਦਰ ਵੀ ਇੱਥੇ ਆ ਕੇ ਪੀਆਰ ਮਿਲ ਗਈ ਹੈ। ਸੋ ਇਸ ਤਰੀਕੇ ਨਾਲ ਇਹ ਸਿਸਟਮ ਦੇ ਵਿੱਚ ਜਿਹੜਾ ਛੇਤੀ ਫਿੱਟ ਹੋ ਜਾਂਦਾ ਹੈ, ਸੋ ਉਹਦੇ ਲਈ ਛੇਤੀ ਤਰੱਕੀ ਦੇ ਦਰਵਾਜ਼ੇ ਖੁੱਲ ਜਾਂਦੇ ਆ, ਔਰ ਕਈ ਲੋਕ ਕਈ ਸਾਲਾਂ ਤੱਕ ਜਿਹੜੇ ਉਹ ਫਿਰ ਇਸੇ ਤਰੀਕੇ ਨਾਲ ਖੱਜਲ ਹੁੰਦੇ ਨੇ। ਬਿਲਕੁਲ। ਜੋ ਚੋਣਾਂ ਦਾ ਜਿਹੜਾ ਮਾਹੌਲ ਹੈ ਬਿਲਕੁਲ ਕੈਨੇਡਾ ਦੇ ਵਿੱਚ ਬਣਿਆ ਹੋਇਆ। ਅੱਜ ਲੇਬਰ ਡੇ ਦੇ ਮੌਕੇ ਦੇ ਉੱਪਰ ਵੱਖ-ਵੱਖ ਸਿਆਸੀ ਲੀਡਰਾਂ ਦੇ ਵੱਲੋਂ ਦੇਸ਼ ਵਾਸੀਆਂ ਦੇ ਲਈ ਵੱਡੇ ਐਲਾਨ ਕੀਤੇ ਗਏ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਾਰੋਬਾਰਾਂ ਦੇ ਨਾਲ ਜੁੜੀ ਹੋਈ ਗੱਲਬਾਤ ਕੀਤੀ ਗਈ ਹੈ। ਐਨਡੀਪੀ ਦੇ ਲੀਡਰ ਜਗਮੀਤ ਸਿੰਘ ਜਿਹੜੇ ਨੇ ਉਹ ਵਰਕਰਾਂ ਦੇ ਲਈ ਐਲਾਨ ਕਰਦੇ ਨੇ। ਅਜਿਹਾ ਹੀ ਐਲਾਨ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਦੇ ਵੱਲੋਂ ਵੀ ਕੀਤਾ ਗਿਆ। ਸੋ ਜਿਹੜੇ ਲੇਬਰ ਡੇ ਦੇ ਮੌਕੇ ਦੇ ਉੱਪਰ ਅੱਜ 3 ਲੀਡਰਾਂ ਦੇ ਵੱਲੋਂ ਐਲਾਨ ਕੀਤੇ ਗਏ ਨੇ, ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਜੀ ਬਿਲਕੁਲ, ਜੇਕਰ ਤੁਸੀਂ ਗੱਲ ਕਰਦੇ ਹੋ ਤਾਂ ਕੰਜ਼ਰਵੇਟਿਵ ਪਾਰਟੀ ਦੀ ਤਾਂ ਐਰਨ ਅਟੂਲ ਨੇ ਅੱਜ ਲੇਬਰ ਡੇ ਸਾਰੇ ਥਾਂ ਮਨਾਇਆ ਜਾ ਰਿਹਾ, ਛੁੱਟੀ ਦਾ ਦਿਨ ਆ, ਔਰ
ਵੱਖ-ਵੱਖ ਲੀਡਰਾਂ ਵੱਲੋਂ ਵੱਖ ਥਾਵਾਂ ਤੇ ਲੇਬਰ ਡੇ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ। ਔਰ ਜਦੋਂ ਇਸ ਵਕਤ ਚੋਣ ਮੈਦਾਨ ਪੂਰੀ ਤਰੀਕੇ ਨਾਲ ਫਕਿਆ ਹੋਇਆ ਤੇ ਉਮੀਦ ਕੀਤੀ ਜਾ ਹੀ ਰਹੀ ਸੀ ਤੇ ਅੱਜ ਇਹ ਲੀਡਰ ਵੀ ਲੇਬਰ ਦੀ ਹੀ ਗੱਲ ਕਰਨਗੇ। ਸੋ ਜੇਕਰ ਅਸੀਂ ਹੁਣ ਐਰਨ ਅਟੂਲ ਦੀ ਪਹਿਲਾਂ ਗੱਲ ਕਰ ਲਈਏ ਤਾਂ ਐਰਨ ਅਟੂਲ ਕਹਿੰਦੇ ਆ ਕਿ ਅਸੀਂ ਜਿਹੜੇ ਲੋਕ ਇਨਕਮ ਵਰਕਰ ਨੇ ਜਿਨ੍ਹਾਂ ਦੀ ਕਮਾਈ $12,000 ਤੋਂ ਲੈ ਕੇ ਜਾਂ $28,000 ਦੇ ਵਿੱਚ ਹੈਗੀ ਆ, ਉਹਨਾਂ ਦੇ ਅਸੀਂ ਜਿਹੜੇ ਬੈਨੀਫਿਟ ਆ ਜਿਹੜੇ ਉਹ ਵਧਾਵਾਂਗੇ। ਖਾਸ ਕਰਕੇ ਉਹਨਾਂ ਨੇ ਕਿਹਾ ਕਿ ਅਸੀਂ ਜੇ ਕੋਈ ਸਿੰਗਲ ਬੰਦਾ ਤਾਂ ਉਹਦੇ 250 ਤੱਕ, ਜੇ ਕੋਈ ਪਰਿਵਾਰ ਆ ਲੋ ਇਨਕਮ ਵਾਲਾ ਤਾਂ ਉਹਦੇ $5,000 ਤੱਕ ਜਿਹੜੇ ਅਸੀਂ ਬੈਨੀਫਿਟ ਉਹਨਾਂ ਦੇ ਵਧਾ ਦੇਵਾਂਗੇ। ਸੋ ਇੱਕ ਵੱਡਾ ਐਲਾਨ ਉਹਨਾਂ ਵੱਲੋਂ ਕੀਤਾ ਗਿਆ ਵਾ। ਔਰ ਜੇਕਰ ਅਸੀਂ ਗੱਲ ਜਗਮੀਤ ਸਿੰਘ ਦੀ ਕਰੀਏ ਤਾਂ ਜਗਮੀਤ ਸਿੰਘ ਹੁਣਾਂ ਨੇ 2-3 ਐਲਾਨ ਕੀਤੇ ਨੇ, ਜਿਹ 'ਚ ਇੱਕ ਉਹ ਕਹਿ ਰਿਹਾ ਕਿ ਜੇਕਰ ਉਹਨਾਂ ਦੀ ਸਰਕਾਰ ਆਉਂਦੀ ਆ ਤਾਂ ਮਿਨੀਮਮ ਵੇਜ ਜਿਹੜੀ ਉਹ $20 ਪ੍ਰਤੀ ਘੰਟਾ ਕਰ ਦਿੱਤੀ ਜਾਵੇਗੀ। ਹਾਲਾਂਕਿ ਇਸ ਵਕਤ ਜੇਕਰ ਅਸੀਂ ਪ੍ਰੋਵਿੰਸਸ ਦੇ ਹਿਸਾਬ ਨਾਲ ਦੇਖੀਏ ਤਾਂ BC ਵਿੱਚ ਸਭ ਤੋਂ ਵੱਧ ਮਿਨੀਮਮ ਵੇਜ ਹੈਗੀ ਹੈ, ਜਿੱਥੇ NDP ਦੀ ਸਰਕਾਰ ਆ, ਜਿੱਥੇ $15 ਤੋਂ ਵੱਧ ਜਿਹੜੀ ਇਸ ਵਕਤ ਮਿਨੀਮਮ ਵੇਜ ਜਿਹੜੀ ਦਿੱਤੀ ਜਾ ਰਹੀ ਆ। ਔਰ ਵੱਖ-ਵੱਖ ਸੂਬੇ ਜਿਹੜੇ ਇਹ ਤੈਅ ਕਰਦੇ ਨੇ ਕਿ ਵੇਜ ਕਿੰਨੀ ਦਿੱਤੀ ਜਾਣੀ ਆ। ਸ਼ਾਇਦ ਹੋ ਸਕਦਾ ਕਿ ਉਹਨਾਂ ਦਾ ਜਿਹੜਾ ਐਲਾਨ ਆ ਉਹ ਫੈਡਰਲ ਜਾਂ ਵਰਕਰਸ ਲਈ ਹੋਵੇ ਜਾਂ ਕਿਸ ਤਰੀਕੇ ਨਾਲ ਲਾਗੂ ਕਰਨਗੇ, ਇਹ ਹੋਰ ਉਹੀ ਵਿਸਥਾਰ ਨਾਲ ਦੱਸ ਸਕਦੇ ਆ। ਔਰ ਇਹਦੇ ਨਾਲ ਜੇਕਰ ਅਸੀਂ ਗੱਲ ਕਰੀਏ ਤਾਂ ਉਹ ਇਹ ਵੀ ਕਹਿ ਰਿਹਾ ਕਿ 10 ਦਿਨ ਦੀ ਪੇਡ ਸਿਕ ਲੀਵ ਜਿਹੜੀ ਆ ਉਹ ਦੇਣਗੇ, ਕਿ ਤੁਸੀਂ 10 ਦਿਨ ਦੀ ਛੁੱਟੀ ਲੈ ਸਕਦੇ ਹੋ, ਸਿਕ ਲੀਵ ਲੈ ਸਕਦੇ ਹੋ ਤੇ ਉਹਦੀ ਤੁਹਾਨੂੰ ਜਿਹੜੀ ਤਨਖਾਹ ਹੈ ਉਹ ਮਿਲਦੀ ਰਹੇਗੀ। ਜਿਸ ਤਰੀਕੇ ਨਾਲ ਇੱਥੇ ਪੇਡ ਹੌਲੀਡੇਜ਼ ਹੁੰਦੀਆਂ ਨੇ ਉਸੇ ਤਰੀਕੇ ਦੀ ਉਹ ਗੱਲ ਕਰ ਰਹੇ ਨੇ। ਔਰ ਇਹਦੇ ਨਾਲ ਹੀ ਜੇਕਰ ਅਸੀਂ ਗੱਲ ਕਰੀਏ ਤਾਂ ਉਹ ਇੱਕ ਜਸਟਿਨ ਟਰੂਡੋ ਉੱਤੇ ਵੀ ਨਿਸ਼ਾਨਾ ਵਾਰ ਰਹੇ ਨੇ ਕਿ ਉਹ ਕਹਿੰਦੇ ਕਿ ਪੇਡ ਸਿਕ ਲੀਵ ਦੇ ਮਸਲੇ ਉੱਤੇ ਜਸਟਿਨ ਟਰੂਡੋ ਜਿਹੜੇ ਆ ਉਹ ਕੋਈ ਵੱਡਾ ਵਾਅਦਾ ਜਾਂ ਕੋਈ ਵੱਡਾ ਕੁਝ ਹੁਣ ਤੱਕ ਉਹ ਨਹੀਂ ਕਰ ਸਕਿਆ, ਜਦਕਿ ਉਹਨਾਂ ਨੇ ਦਬਾਅ ਪਾ ਕੇ ਕੁਝ ਨਾ ਕੁਝ ਇਸ ਸੰਬੰਧੀ ਕਰਵਾਇਆ ਸੀਗਾ। ਕੁਝ ਦਿਨ ਦੀ ਜਿਹੜੀ ਪੇਡ ਸਿਕ ਲੀਵ ਸੀ ਉਹ ਮਨਜ਼ੂਰੀ ਹੋਈ ਸੀ। ਸਰਕਾਰ ਨੂੰ ਸਮਰਥਨ ਦੇਣ ਦੇ ਬਦਲੇ ਜਗਮੀਤ ਸਿੰਘ ਦੀ ਇਹ ਮੰਗ ਮੰਨੀ ਗਈ ਸੀ। ਸ਼ਾਇਦ 2-3 ਦਿਨ ਦਾ ਉਦੋਂ ਐਲਾਨ ਹੋਇਆ ਸੀ ਜਦੋਂ ਇਸ ਵਕਤ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਸੀ ਔਰ ਜਦੋਂ ਕੋਵਿਡ ਮਹਾਮਾਰੀ ਜਿਹੜੀ ਜ਼ੋਰਾਂ ਤੇ ਸੀ। ਔਰ ਜੇਕਰ ਅਸੀਂ ਹੁਣ ਜਸਟਿਨ ਟਰੂਡੋ ਦੀ ਗੱਲ ਕਰੀਏ ਤਾਂ ਜਸਟਿਨ ਟਰੂਡੋ ਕਹਿ ਰਹੇ ਆ ਕਿ ਉਹਨਾਂ ਵੱਲੋਂ ਜਿਹੜੇ ਛੋਟੇ ਕਾਰੋਬਾਰ ਨੇ ਜਾਂ ਜਿਹੜੇ ਉੱਥੇ ਵਰਕਰ ਕੰਮ ਕਰਦੇ ਨੇ ਉਹਨਾਂ ਦੀ ਸੁਰੱਖਿਆ ਲਈ ਇੱਕ ਇਸ ਤਰੀਕੇ ਦਾ ਕਾਨੂੰਨ ਲਿਆਂਦਾ ਜਾਵੇਗਾ ਜੇਕਰ ਉਹਨਾਂ ਦੀ ਸਰਕਾਰ ਦੁਬਾਰਾ ਚੁਣੀ ਜਾਂਦੀ ਆ, ਕਿ ਉਹ ਫਿਰ ਲੀਗਲ ਤੌਰ ਤੇ ਜਿਹੜਾ ਵਾ ਉਹਨਾਂ ਕੋਲ ਅਥਾਰਟੀ ਹੋਵੇਗੀ ਕਿ ਉਹ ਲੋਕਾਂ ਨੂੰ ਪੁੱਛ ਸਕਦੇ ਨੇ, ਉਹਨਾਂ ਦਾ ਪ੍ਰੂਫ ਆਫ ਵੈਕਸੀਨੇਸ਼ਨ ਚੈੱਕ ਕਰ ਸਕਦੇ ਨੇ। ਕੋਈ ਉਹਨਾਂ ਨੂੰ ਇਹ ਨਹੀਂ ਪੁੱਛੇਗਾ ਕਿ ਤੁਹਾਨੂੰ ਇਹ ਕਿਹਨੇ ਅਧਿਕਾਰ ਦਿੱਤਾ ਕਿ ਤੁਸੀਂ ਸਾਡੇ ਬਾਰੇ ਇਹ ਪੁੱਛੋ ਕਿ ਤੁਸੀਂ ਪ੍ਰੂਫ ਆਫ ਵੈਕਸੀਨੇਸ਼ਨ ਜਿਹੜਾ ਚੈੱਕ ਕਰ ਰਹੇ ਆ, ਸਾਡੇ ਵੈਕਸੀਨ ਲੱਗੀ ਜਾਂ ਨਹੀਂ ਲੱਗੀ, ਤਾਂ ਸਾਡੀ ਨਿੱਜੀ ਜਾਣਕਾਰੀ ਆ। ਸੋ ਕਹਿੰਦੇ ਕਿ ਇਸ ਤਰੀਕੇ ਨਾਲ ਜਿਹੜਾ, ਕਿਉਂਕਿ ਬਹੁਤ ਸਾਰੇ ਕਹਿੰਦੇ ਛੋਟੇ ਕਾਰੋਬਾਰਾਂ ਵਾਲੇ ਜਾਂ ਬਹੁਤ ਸਾਰੇ ਲੋਕ ਇਹ ਪੁੱਛ ਰਹੇ ਸੀ ਕਿ ਲੋਕ ਜੇ ਥਾਵਾਂ ਤੇ ਕੰਮ ਕਰਨਗੇ ਤਾਂ ਜਦੋਂ ਲੋਕਾਂ ਤੋਂ ਉਹਨਾਂ ਦੀ ਨਿੱਜੀ ਜਾਣਕਾਰੀ ਪੁੱਛਣਗੇ ਕਿ ਤੁਸੀਂ ਵੈਕਸੀਨ ਲਵਾਈ ਕਿ ਨਹੀਂ, ਤਾਂ ਉਹ ਹੋ ਸਕਦਾ ਕਿ ਉਹਨਾਂ ਦੇ ਗਲ ਪੈ ਜਾਣ ਜਾਂ ਇਨਕਾਰ ਕਰ ਦੇਣ ਕਿ ਤੁਸੀਂ ਇਹ ਅਧਿਕਾਰ ਨਹੀਂ ਰੱਖਦੇ, ਤਾਂ ਫਿਰ ਉੱਥੇ ਸਥਿਤੀ ਭੰਬਲ ਭੂਸੇ ਵਾਲੀ ਬਣ ਸਕਦੀ ਆ। ਪਰ ਉਹ ਕਹਿੰਦੇ ਕਿ ਮੈਂ ਇਸੇ ਤਰੀਕੇ ਦੇ ਅਸੀਂ ਇੱਕ ਕਾਨੂੰਨ ਲੈ ਕੇ ਆਵਾਂਗੇ, ਇੱਕ ਮਤਾ ਜਿਹੜਾ ਵਾ ਉਹ ਪਾਰਲੀਮੈਂਟ 'ਚ ਪਾਸ ਕੀਤਾ ਜਾਊਗਾ ਕਿ ਤੁਹਾਨੂੰ ਅਥਾਰਟੀ ਦਿੱਤੀ ਜਾਊਗੀ ਕਿ ਤੁਸੀਂ ਪ੍ਰੂਫ ਆਫ ਵੈਕਸੀਨੇਸ਼ਨ ਚੈੱਕ ਕਰ ਸਕਦੇ ਹੋ। ਸੋ ਇਸ ਤਰੀਕੇ ਨਾਲ ਜੋ ਵੱਖ-ਵੱਖ ਐਲਾਨ ਜਿਹੜੇ ਇਹਨਾਂ ਪਾਰਟੀਆਂ ਦੇ ਲੀਡਰਾਂ ਵੱਲੋਂ ਲੇਬਰ ਡੇ ਤੇ ਕੀਤੇ ਗਏ ਨੇ। ਜੀ, ਐਲਾਨ ਤਾਂ ਕੀਤੇ ਗਏ ਨੇ ਪਰ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪ੍ਰਦਰਸ਼ਨਕਾਰੀਆਂ ਦਾ ਸਾਹਮਣਾ ਕਰਨਾ ਪਿਆ। ਪਹਿਲਾਂ ਵੀ ਉਹਨਾਂ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਕਰਕੇ ਮੈਂ ਪਿੱਛੇ ਹਟਣ ਵਾਲਾ ਨਹੀਂ ਆ, ਪਰ ਇੱਕ ਵਾਰ ਫਿਰ ਤੋਂ ਇਸ ਤਰ੍ਹਾਂ ਪ੍ਰਦਰਸ਼ਨਕਾਰੀਆਂ ਦਾ ਜੋ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਲਗਾਤਾਰ ਉਹਨਾਂ ਦੇ ਨਾਲ ਜੋ ਇਹ ਹੋ ਰਿਹਾ ਚੋਣ ਪ੍ਰਚਾਰ ਦੌਰਾਨ, ਇਸ ਦੇ ਬਾਰੇ ਕੀ ਵਿਚਾਰ ਹਨ? ਜੀ ਬਿਲਕੁਲ, ਜਸਟਿਨ ਟਰੂਡੋ ਦਾ ਜਿਹੜੇ ਇਹ ਲੋਕ ਨੇ ਜੋ ਖਾਸ ਕਰਕੇ ਵੈਕਸੀਨ ਦੇ ਵਿਰੋਧੀ ਨੇ, ਸਿਰਫ ਚੋਣਾਂ ਵਿੱਚ ਨਹੀਂ, ਚੋਣਾਂ ਤੋਂ ਪਹਿਲਾਂ ਵੀ ਇਸ ਉੱਤੇ ਜਿਹੜਾ ਵਿਰੋਧ ਹੋ ਰਿਹਾ ਸੀ। ਔਰ ਇਹ ਸਿਰਫ ਕੈਨੇਡਾ 'ਚ ਨਹੀਂ ਹੋ ਰਿਹਾ ਸੀ, ਅਮਰੀਕਾ 'ਚ ਵੀ ਦੇਖਿਆ ਕਿ ਬਹੁਤ ਸਾਰੇ ਲੋਕ ਜਿਹੜੇ ਆ ਪਹਿਲਾਂ ਉਹਨਾਂ ਨੇ ਲਾਕਡਾਊਨ ਦਾ ਵਿਰੋਧ ਕੀਤਾ, ਫਿਰ ਜਦੋਂ ਮਾਸਕ ਹੋਏ ਮਾਸਕ ਦਾ ਵਿਰੋਧ ਕੀਤਾ, ਉਸ ਤੋਂ ਬਾਅਦ ਫਿਰ ਉਹਨਾਂ ਨੇ ਵੈਕਸੀਨੇਸ਼ਨ ਦਾ ਵਿਰੋਧ ਕੀਤਾ। ਸੋ ਇਹ ਸਾਰਾ ਸਿਲਸਿਲਾ ਜਿਹੜਾ ਸੀ ਨਾਲੋਂ ਨਾਲ ਕੈਨੇਡਾ ਚੱਲਦਾ ਰਿਹਾ। ਹਾਲਾਂਕਿ ਗਿਣਤੀ ਉੱਥੋਂ ਨਾਲੋਂ ਕਿਤੇ ਘੱਟ ਸੀ, ਇੱਥੇ ਵੀ ਐਂਟੀ ਮਾਸਕ ਰੈਲੀਆਂ ਹੁੰਦੀਆਂ ਰਹੀਆਂ ਨੇ ਔਰ ਲਾਕਡਾਊਨ ਦੇ ਖਿਲਾਫ ਜਿਹੜਾ ਸੀ ਉਹ ਵੀ ਪ੍ਰਦਰਸ਼ਨ ਹੁੰਦੇ ਰਹੇ ਨੇ। ਉਸ ਤੋਂ ਬਾਅਦ ਹੁਣ ਜਦੋਂ ਵੈਕਸੀਨੇਸ਼ਨ ਦੀ ਗੱਲ ਆ ਗਈ, ਵੈਕਸੀਨ ਲੱਗਣੀ ਸ਼ੁਰੂ ਹੋ ਗਈ, ਤਾਂ ਫਿਰ ਵੈਕਸੀਨੇਸ਼ਨ ਦਾ ਵਿਰੋਧ ਸ਼ੁਰੂ ਹੋ ਗਿਆ। ਸੋ ਜੇਕਰ ਅਸੀਂ ਗੱਲ ਕਰੀਏ ਤਾਂ ਬੇਸ਼ੱਕ ਚੋਣਾਂ ਐਲਾਨ ਤਾਂ ਹੁਣ ਹੋਇਆ, ਪਰ ਚੋਣਾਂ ਦੇ ਐਲਾਨ ਤੋਂ ਪਹਿਲਾਂ ਜਦੋਂ ਜਸਟਿਨ ਟਰੂਡੋ ਨੇ ਕੈਨੇਡਾ ਦੇ ਦੌਰੇ ਤੇ ਨਿਕਲਣਾ ਸ਼ੁਰੂ ਕੀਤਾ ਸੀ, ਉਹਨਾਂ ਦੇ ਖਿਲਾਫ ਵੈਕਸੀਨੇਸ਼ਨ ਜਿਹੜੇ ਖਿਲਾਫ ਲੋਕ ਆ ਉਦੋਂ ਵੀ ਪ੍ਰੋਟੈਸਟ ਕਰ ਰਹੇ ਸੀ। ਜਿੱਥੇ ਇੱਥੇ ਰੈਲੀਆਂ ਹੁੰਦੀਆਂ ਸੀ ਜਸਟਿਨ ਟਰੂਡੋ ਦੀਆਂ, ਇੱਥੇ ਸਰੀ 'ਚ ਅਸੀਂ ਵੀ ਇੱਕ ਪ੍ਰੈਸ ਕਾਨਫਰੰਸ ਐਲਾਨ ਕੀਤੀ ਸੀ ਜਿੱਥੇ ਸਕਾਈ ਟ੍ਰੇਨ ਦੇ ਸੰਬੰਧੀ ਫੰਡਿੰਗ ਦਾ ਐਲਾਨ ਕੀਤਾ ਗਿਆ ਸੀ, ਉੱਥੇ ਵੀ ਬਹੁਤ ਵੱਡਾ ਵਿਰੋਧ ਹੋਇਆ ਸੀਗਾ। ਹੁਣ ਵੀ ਲਗਾਤਾਰ ਵਿਰੋਧ ਹੋ ਰਿਹਾ। ਔਰ ਪਿਛਲੇ ਦਿਨੀ ਵੀ ਜਸਟਿਨ ਟਰੂਡੋ ਨੇ ਬਿਆਨ ਕੀ ਦਿੱਤਾ ਸੀਗਾ ਕਿ ਕਹਿੰਦੇ ਵੀ ਅਸੀਂ
ਜਿਹੜਾ ਵਾ ਇਸ ਤੋਂ ਪਿੱਛੇ ਨਹੀਂ ਹਟ ਸਕਦੇ, ਉਹ ਪਿੱਛੇ ਨਹੀਂ ਹਟਣਗੇ ਇਸ ਪਾਲਿਸੀ ਤੋਂ। ਜਿਹੜਾ ਵੈਕਸੀਨ ਪ੍ਰੂਫ ਦੀ ਗੱਲ ਕਰ ਰਹੇ ਨੇ ਜਾਂ ਹੋਰ ਬਹੁਤ ਸਾਰੀਆਂ ਗੱਲਾਂ ਕਰ ਰਹੇ ਨੇ ਵੈਕਸੀਨ ਦੇ ਸੰਬੰਧੀ। ਸੋ ਅੱਜ ਵੀ ਉਹਨਾਂ ਨੇ ਇਹ ਕਿਹਾ ਕਿ ਕਹਿੰਦੇ ਵੀ ਜਿਹੜੇ ਇਹ ਲੋਕ ਹੈ ਬਹੁਤ ਘੱਟ ਨੇ, ਮੁੱਠੀ ਭਰ ਲੋਕ ਨੇ ਜੋ ਵੈਕਸੀਨੇਸ਼ਨ ਦਾ ਵਿਰੋਧ ਕਰ ਰਹੇ ਨੇ। ਔਰ ਉਹ ਕਹਿੰਦੇ ਕਿ ਇਹ ਲੋਕ ਜਿਹੜੇ ਉਹ ਕੈਨੇਡਾ ਦੀ ਪਾਲਿਸੀ ਡਿਕਟੇਟ ਨਹੀਂ ਕਰਨਗੇ ਔਰ ਨਾ ਹੀ ਉਹ ਪਿੱਛੇ ਹਟਣਗੇ, ਕਿਉਂਕਿ ਇਹ ਲੋਕਾਂ ਦੀ ਸੁਰੱਖਿਆ ਦਾ ਮਾਮਲਾ ਆ। ਔਰ ਜੇਕਰ ਅਸੀਂ ਦੇਖੀਏ ਤਾਂ ਵੱਡੀ ਪੱਧਰ ਉੱਤੇ ਵੈਕਸੀਨੇਸ਼ਨ ਦੇ ਮਾਮਲੇ ਵਿੱਚ ਲੋਕਾਂ ਦਾ ਸਮਰਥਨ ਅਸੀਂ ਕਹਿ ਸਕਦੇ ਹਾਂ ਕਿ ਹਾਸਲ ਹੈਗਾ ਆ, ਕਿਉਂਕਿ ਆਪਣੇ ਆਪ ਜੇਕਰ ਅਸੀਂ ਗੱਲ ਕਰੀਏ ਵੈਕਸੀਨੇਸ਼ਨ ਲਵਾਉਣ ਵਿੱਚ ਤਾਂ 80% ਲੋਕ ਕੈਨੇਡਾ ਦੇ ਇਸ ਮਾਮਲੇ 'ਚ ਸ਼ਾਮਲ ਹੈ ਕਿ ਉਹਨਾਂ ਨੇ 80% ਆਪਣੇ ਆਪ ਜਿਹੜੀ ਹੈ ਵੈਕਸੀਨੇਸ਼ਨ ਲੋਕਾਂ ਨੇ ਲਗਵਾਈ ਆ ਤੇ ਹੁਣ ਲਗਭਗ ਉਹਨਾਂ 'ਚੋਂ ਦੂਜਾ ਟੀਕਾ ਵੀ 80% ਦੇ ਕਰੀਬ ਪਹੁੰਚ ਚੁੱਕਾ ਲੱਗਣ ਦੇ ਲਈ। ਸੋ ਪਹਿਲੇ ਵਾਲੇ ਤਾਂ ਇੱਕ ਟੀਕੇ ਵਾਲੇ ਤਾਂ ਸ਼ਾਇਦ 85% ਦੇ ਹੁਣ ਨੇੜੇ ਹੋ ਚੁੱਕੇ ਨੇ। ਸੋ ਇਹਨੂੰ ਦੇਖਦਿਆਂ ਹੋਇਆ ਹੁਣ ਐਰਨ ਅਟੂਲ ਉਹਨਾਂ ਨੇ ਵੀ ਐਲਾਨ ਕੀਤਾ ਹੈ ਕਿ ਉਹ ਵੀ ਪ੍ਰੂਫ ਆਫ ਵੈਕਸੀਨੇਸ਼ਨ ਜਿਹੜਾ ਉਹ ਲੈ ਕੇ ਆਉਣਗੇ। ਔਰ ਇਹ ਹਾਲਾਂਕਿ ਉਹਨਾਂ ਨੇ ਆਪਣੇ ਕੈਂਡੀਡੇਟਸ ਲਈ ਜਿਹੜੀ ਉਹ ਜ਼ਰੂਰੀ ਨਹੀਂ ਕੀਤਾ ਸੀ ਕਿ ਵੈਕਸੀਨੇਸ਼ਨ ਉਹ ਲਵਾਉਣੀ ਹੈ ਕਿ ਨਹੀਂ ਲਵਾਉਣੀ ਹੈ। ਔਰ ਕਹਿੰਦੇ ਸੀ ਕਿ ਜੇ ਕਿਸੇ ਨੇ ਵੈਕਸੀਨ ਨਹੀਂ ਵੀ ਲਵਾਈ ਤਾਂ ਤੁਸੀਂ ਟੈਸਟ ਜਿਹੜਾ ਆ ਉਹ ਹਰ ਰੋਜ਼ ਕਰਵਾ ਸਕਦੇ ਹੋ, ਪਰ ਹੁਣ ਉਹ ਵੀ ਪ੍ਰੂਫ ਆਫ ਵੈਕਸੀਨੇਸ਼ਨ ਦੀ ਗੱਲ ਕਰ ਰਹੇ ਨੇ। ਜੀ ਬਿਲਕੁਲ, ਅਸੀਂ ਪ੍ਰਦਰਸ਼ਨ ਦੀ ਵਿਰੋਧ ਦੀ ਗੱਲ ਕਰ ਰਹੇ ਹਾਂ। ਮਿਸ਼ਨ ਤੋਂ ਲਿਬਰਲ ਪਾਰਟੀ ਦੀ ਉਮੀਦਵਾਰ ਗੀਤ ਗਰੇਵਾਲ ਦੇ ਜਿਹੜੇ ਪੋਸਟਰ ਲੱਗੇ ਹੋਏ ਸਨ ਉਹਨਾਂ ਦੇ ਨਾਲ ਵੀ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ। ਇਸ ਦੇ ਉੱਪਰ ਵੀ ਗੱਲਬਾਤ ਕਰਾਂਗੇ, ਕਿਉਂਕਿ ਪਹਿਲਾਂ ਵੀ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਹੈ ਕਿ ਪੰਜਾਬੀ ਮੂਲ ਦੇ ਉਮੀਦਵਾਰ ਦੇ ਜਿਹੜੇ ਪੋਸਟਰ ਨੇ ਉਹਨਾਂ ਦੇ ਨਾਲ ਛੇੜਛਾੜ ਕੀਤੀ ਜਾਂਦੀ ਰਹੀ ਹੈ ਤੇ ਇੱਕ ਵਾਰ ਫਿਰ ਤੋਂ ਅਜਿਹਾ ਹੀ ਮਾਮਲਾ ਸਾਹਮਣੇ ਆਇਆ। ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਜੀ ਬਿਲਕੁਲ, ਲਿਬਰਲ ਦੇ ਕੈਂਡੀਡੇਟ ਰਣਦੀਪ ਸਰਾਏ ਉਹਨਾਂ ਦੇ ਇੱਕ ਸਾਈਨ ਦੇ ਉੱਤੇ ਪਹਿਲਾਂ ਕੁਝ ਨਫ਼ਰਤ ਜਿਹੜੀ ਆ ਦੇਖਣ ਨੂੰ ਮਿਲੀ ਸੀ, ਉਸ ਉੱਤੇ ਬਲੈਕ ਸਪਰੇਅ ਦੇ ਨਾਲ ਕੋਈ ਨਿਸ਼ਾਨ ਬਣਾਏ ਗਏ ਸੀਗੇ। ਤੇ ਹੁਣ ਜਿਹੜਾ ਇਹ ਮਾਮਲਾ ਸਾਹਮਣੇ ਆਇਆ, ਇਹ ਗੀਤ ਗਰੇਵਾਲ ਜਿਹੜੇ ਗੁਨੀਤ ਗਰੇਵਾਲ ਨੇ ਮਿਸ਼ਨ ਤੋਂ ਲਿਬਰਲ ਦੇ ਕੈਂਡੀਡੇਟ ਨੇ, ਉਹਨਾਂ ਦੇ ਬਾਰੇ ਕਾਫੀ ਚਰਚਾ ਹੋਈ ਸੀ ਕਿਉਂਕਿ ਜਿਹੜੇ ਪੰਜਾਬੀ ਪ੍ਰਸਿੱਧ ਗਾਇਕ ਨੇ ਪਰਮੀਸ਼ ਵਰਮਾ ਔਰ ਉਹਨਾਂ ਦੇ ਇਹ ਮੰਗੇਤਰ ਨੇ। ਔਰ ਉਹਨਾਂ ਨੇ ਹੀ ਇਹ ਐਲਾਨ ਕੀਤਾ ਸੀ ਕਿ ਉਹਨਾਂ ਦੀ ਜਿਹੜੀ ਪਤਨੀ ਆ ਉਹ ਇਸ ਵਕਤ ਚੁਣੀ ਗਈ ਆ, ਜਿਹੜੀ ਆ ਉਹਨਾਂ ਨੂੰ ਨੋਮੀਨੇਟ ਕੀਤਾ ਗਿਆ ਤੇ ਉਹ ਚੋਣ ਲੜਨਗੇ। ਸੋ ਹੁਣ ਗੀਤ ਗਰੇਵਾਲ ਨੇ ਆਪਣੀ ਇੱਕ ਇੰਸਟਾਗ੍ਰਾਮ ਤੇ ਸਟੋਰੀ ਸ਼ੇਅਰ ਕੀਤੀ ਹੈ ਜਿਸ 'ਚ ਦਿਖਾਇਆ ਜਾ ਰਿਹਾ ਕਿ ਸੀਸੀਟੀਵੀ ਫੁਟੇਜ ਆ ਕਿ ਵਿਅਕਤੀ ਇੱਕ ਆ ਰਿਹਾ ਵਾ ਔਰ ਜਿਹੜਾ ਸਾਈਨ ਪੱਟ ਕੇ ਆ ਉਹ ਜਿਹੜੇ ਆ ਰੋਡ ਦੇ ਵਿੱਚ ਸਿੱਟ ਰਿਹਾ, ਔਰ ਬਹੁਤ ਸਾਰੇ ਸਾਈਨ ਉਹਨੇ ਪੱਟ ਕੇ ਪਰੇ ਸਿੱਟੇ ਆ ਤੇ ਉਹ ਦੁਬਾਰਾ ਸਾਈਨ ਉੱਥੇ ਲਾ ਦਿੱਤੇ ਗਏ ਆ। ਪਰ ਇਹਨੂੰ ਵੀ ਇੱਕ ਤਰ੍ਹਾਂ ਨਾਲ ਨਫ਼ਰਤ ਦੀ ਜਿਹੜੀ ਉਹ ਵਜੋਂ ਦੇਖਿਆ ਜਾ ਰਿਹਾ ਕਿ ਸ਼ਾਇਦ ਇਸੇ ਕਰਕੇ ਕਿ ਇੱਕ ਪੰਜਾਬੀ ਮੂਲ ਦੀ ਜਾਂ ਕਿਸੇ ਹੋਰ ਮੂਲ ਦੀ ਜਿਹੜੀ ਆ ਖਾਸ ਕਰਕੇ ਉਹ ਗੀਤ ਗਰੇਵਾਲ ਹੈਗੇ ਨੇ, ਇਸ ਕਰਕੇ ਉਹਨਾਂ ਦੇ ਪੋਸਟਰ ਜਿਹੜੇ ਆ ਪੁੱਟੇ ਜਾ ਰਹੇ ਨੇ। ਪਰ ਕਈ ਵਾਰ ਇੱਥੇ ਇਦਾਂ ਵੀ ਹੁੰਦਾ ਕਿ ਸਿਆਸੀ ਤੌਰ ਤੇ ਵੀ ਕਈ ਲੋਕ ਇੱਕ ਦੂਜੇ ਦੀ ਪਾਰਟੀ ਦੀ ਨਫ਼ਰਤ ਇੰਨੀ ਕਰਦੇ ਹੁੰਦੇ ਆ ਜਾਂ ਕਿਸੇ ਲੀਡਰ ਦੇ ਇੰਨੇ ਵਿਰੋਧੀ ਹੁੰਦੇ ਆ ਕਿ ਉਸ ਪਾਰਟੀ ਦੇ ਪੋਸਟਰ ਪੱਟ ਕੇ ਸੁੱਟ ਦਿੰਦੇ ਆ। ਸੋ ਇਹ ਤਾਂ ਬਾਅਦ 'ਚ ਪਤਾ ਲੱਗਿਆ ਕਿ ਅਸਲ ਮਾਮਲਾ ਕੀ ਸੀ, ਕਿ ਉਹ ਵਿਅਕਤੀ ਤੱਕ ਪੁਲਿਸ ਪਹੁੰਚਦੀ ਹੈ ਨਹੀਂ ਪਹੁੰਚਦੀ ਜਾਂ ਉਹਦੇ ਸੰਬੰਧੀ ਕੋਈ ਸ਼ਿਕਾਇਤ ਕੀਤੀ ਗਈ ਆ। ਪਰ ਇੰਨਾ ਜ਼ਰੂਰ ਹੈ ਕਿ ਗੀਤ ਗਰੇਵਾਲ ਨੇ ਕਿਹਾ ਕਿ ਸਾਨੂੰ ਇਹਨਾਂ ਕੋਈ ਬਹੁਤਾ ਫਰਕ ਨਹੀਂ ਪੈਂਦਾ, ਅਸੀਂ ਆਪਣੀ ਲੜਾਈ ਜਿਹੜੀ ਉਹ ਜਾਰੀ ਰੱਖਾਂਗੇ। ਜੀ ਬਿਲਕੁਲ, ਤੇ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਪੋਲ ਦੀ। ਚੋਣਾਂ ਤੋਂ ਪਹਿਲਾਂ ਕਈ ਤਰ੍ਹਾਂ ਦੇ ਪੋਲ ਸਾਹਮਣੇ ਆਉਂਦੇ ਨੇ, ਅਕਸਰ ਹੀ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਦੇ ਬਾਰੇ ਚਰਚਾ ਵੀ ਕਰਦੇ ਰਹਿੰਦੇ ਹਾਂ। ਜਿਹੜਾ ਅੱਜ ਦਾ ਤਾਜ਼ਾ ਪੋਲ ਆਇਆ ਉਸ ਦੇ ਵਿੱਚ ਕੀ ਕਹਿ ਰਹੀ ਹੈ ਸਥਿਤੀ, ਵੱਖ-ਵੱਖ ਪਾਰਟੀਆਂ ਦੀ ਮੌਜੂਦਾ ਸਮੇਂ ਕੀ ਹਾਲਾਤ ਬਣੇ ਹੋਏ ਨੇ, ਕਿੰਨੀ ਕੁ ਸਪੋਰਟ ਮਿਲ ਰਹੀ ਹੈ ਕੈਨੇਡਾ ਦੇ ਵਿੱਚ ਇਹਨਾਂ ਪਾਰਟੀਆਂ ਨੂੰ? ਜੀ ਬਿਲਕੁਲ, ਜੇਕਰ ਅਸੀਂ ਸਰਵੇ ਦੀ ਗੱਲ ਕਰੀਏ ਤਾਂ ਲਗਾਤਾਰ ਬਦਲਦੇ ਰਹਿੰਦੇ ਨੇ, ਪਰ ਜੇਕਰ ਅਸੀਂ ਇਸ ਵਕਤ ਗੱਲ ਕਰੀਏ ਤਾਂ ਸਰਵੇ ਦੇ ਵਿੱਚ ਇਸ ਵਕਤ ਇਹੀ ਸਾਹਮਣੇ ਆ ਰਿਹਾ ਕਿ ਕੰਜ਼ਰਵੇਟਿਵ ਪਾਰਟੀ ਜਿਹੜੀ ਆ ਉਹ ਅੱਗੇ ਇਸ ਵਕਤ ਜਾਂਦੀ ਦਿਖਾਈ ਦੇ ਰਹੀ ਆ। ਔਰ ਪਰ ਫਾਸਲਾ ਜਿਹੜਾ ਆ ਉਹ ਬਹੁਤਾ ਕੋਈ ਜ਼ਿਆਦਾ ਨਹੀਂ ਹੈਗਾ, ਬਿਲਕੁਲ ਕਾਂਟੇ ਦੀ ਟੱਕਰ ਇਸ ਵਕਤ ਬਣੀ ਹੋਈ ਆ। ਔਰ ਪਿਛਲੇ 2 ਦਿਨ ਤੋਂ ਜਦੋਂ ਤੋਂ ਇਹ ਗਨ ਵਾਇਲੈਂਸ ਦਾ ਮਾਮਲਾ ਸਾਹਮਣੇ ਆਇਆ ਜਿਹਦੇ ਉੱਤੇ ਐਰਨ ਅਟੂਲ ਨੂੰ ਘੇਰਿਆ ਲਿਬਰਲ ਪਾਰਟੀ ਨੇ, ਉਸ ਤੋਂ ਬਾਅਦ ਅਸੀਂ ਜਿਹੜਾ ਗ੍ਰਾਫ ਦੇਖਦੇ ਸੀ ਕਿ ਹਰ ਰੋਜ਼ ਇੱਕ ਅੱਧਾ ਪੁਆਇੰਟ ਜਾਂ ਕੁਛ ਨਾ ਕੁਛ ਜਿਹੜਾ ਵੋਟ ਸੀ ਉਹ ਕਿਰਦਾ ਨਜ਼ਰ ਆ ਰਿਹਾ ਸੀ ਲਿਬਰਲ ਦਾ। ਪਿਛਲੇ 1-2 ਦਿਨ ਤੋਂ ਇਹ ਲੱਗ ਰਿਹਾ ਕਿ ਉਹਦੇ ਤੇ ਬ੍ਰੇਕ ਜਿਹੜੀ ਉਹ ਜ਼ਰੂਰ ਲੱਗ ਗਈ ਆ। ਔਰ ਇਸ ਵਕਤ ਜੇਕਰ ਅਸੀਂ ਸੀਟਾਂ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਇਸ ਵਕਤ ਕੰਜ਼ਰਵੇਟਿਵ ਪਾਰਟੀ ਨੂੰ 140 ਤੋਂ ਵੱਧ ਸੀਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਨੇ, ਜਦਕਿ 135 ਸੀਟਾਂ ਉੱਤੇ ਜਿਹੜੀ ਇਸ ਵਕਤ ਲਿਬਰਲ ਪਾਰਟੀ ਉਹ ਖੜੀ ਆ। ਔਰ ਇਹ ਜੇਕਰ ਅਸੀਂ ਕਹੀਏ ਕਿ ਖਾਸ ਇੱਕ ਏਜੰਸੀ ਜਿਹੜੀ ਆ 338 ਕੈਨੇਡਾ, ਜੋ ਕਿ ਲਗਭਗ ਸਾਰਿਆਂ ਦਾ ਨਿਚੋੜ ਕੱਢ ਕੇ ਸਾਹਮਣੇ ਰੱਖਦੀ ਆ। ਔਰ ਜੇਕਰ ਅਸੀਂ CBC ਜਿਹੜਾ ਪੋਲ ਟਰੈਕਰ ਆ ਉਹਦੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਕੰਜ਼ਰਵੇਟਿਵ ਨੂੰ ਹੀ ਐਜ ਜਿਹੜਾ ਉਹ ਮਿਲਦਾ ਨਜ਼ਰ ਆ ਰਿਹਾ, ਜਿਹਦੇ ਵਿੱਚ 34% ਉਦੋਂ ਵੋਟਾਂ ਦਾ ਸਮਰਥਨ ਮਿਲਦਾ ਨਜ਼ਰ ਆ ਰਿਹਾ ਤੇ 31.1% ਉੱਤੇ ਲਿਬਰਲ ਆ। NDP ਦੀ ਜੇਕਰ ਅਸੀਂ ਗੱਲ ਕਰੀਏ ਤਾਂ ਪੂਰੇ 20% ਉੱਤੇ ਇਸ ਵਕਤ ਜਗਮੀਤ ਸਿੰਘ ਖੜੇ ਨੇ। ਔਰ ਇਹਦੇ ਵਿੱਚ ਸੀਟਾਂ ਜਿਹੜੀਆਂ ਉਹ ਲਿਬਰਲ ਨੂੰ ਜ਼ਿਆਦੀਆਂ ਮਿਲਦੀਆਂ ਦਿਖਾਈ ਦੇ ਰਹੀਆਂ ਨੇ। CBC ਪੋਲ ਟਰੈਕਰ ਦੇ ਵਿੱਚ
ਇਹਦੇ ਵਿੱਚ 140 ਸੀਟਾਂ ਉੱਤੇ ਜਿਹੜਾ ਵਾ ਉਹ ਲਿਬਰਲ ਤੇ 133 ਸੀਟਾਂ ਉੱਤੇ ਕੰਜ਼ਰਵੇਟਿਵ ਤੇ 37 ਸੀਟਾਂ ਉੱਤੇ ਐਨਡੀਪੀ ਤੇ 27 ਸੀਟਾਂ ਜਿਹੜੀਆਂ ਬਲਾਕ ਕਿਊਬਕ ਤੇ ਇੱਕ ਸੀਟ ਗ੍ਰੀਨ ਪਾਰਟੀ ਨੂੰ ਮਿਲਦੀ ਦਿਖਾਈ ਜਿਹੜੀ ਆ ਉਹ ਦੇ ਰਹੀ ਆ। ਪ੍ਰੋਵਿੰਸ ਵਾਈਜ਼ ਅਸੀਂ ਜੇਕਰ ਗੱਲ ਕਰੀਏ ਤਾਂ ਅੰਟਾਰੀਓ ਅਤੇ ਕਿਊਬਕ ਜਿਹੜੀਆਂ ਦੋਨੇ ਵੱਡੀਆਂ ਪ੍ਰੋਵਿੰਸਸ ਨੇ, ਜਿੱਥੇ ਅੰਟਾਰੀਓ 'ਚ 121 ਸੀਟਾਂ ਨੇ, ਕਿਊਬਕ 'ਚ 78 ਸੀਟਾਂ ਨੇ। ਇਹਨਾਂ ਦੋਨਾਂ ਸੂਬਿਆਂ ਦੇ ਵਿੱਚ ਲਿਬਰਲ ਪਾਰਟੀ ਅੱਗੇ ਚੱਲ ਰਹੀ ਆ, ਜਦਕਿ ਬਾਕੀ ਬਹੁਤੇ ਸੂਬਿਆਂ ਦੇ ਵਿੱਚ ਜੇਕਰ ਅਸੀਂ ਅਲਬਰਟਾ ਦੀ ਗੱਲ ਕਰੀਏ, ਸਸਕੈਚੁਅਨ ਦੀ ਗੱਲ ਕਰੀਏ, BC ਦੀ ਗੱਲ ਕਰੀਏ, ਮੈਨੀਟੋਬਾ ਦੀ ਗੱਲ ਕਰੀਏ ਤਾਂ ਇਹਨਾਂ ਸੂਬਿਆਂ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਅੱਗੇ ਚੱਲਦੀ ਦਿਖਾਈ ਦੇ ਰਹੀ ਆ। ਹਾਲਾਂਕਿ BC ਦੇ ਵਿੱਚ ਕਾਫੀ ਸੀਟਾਂ ਨੇ, ਅਲਬਰਟਾ ਦੇ ਵਿੱਚ ਪਿਛਲੀ ਵਾਰ ਕੰਜ਼ਰਵੇਟਿਵ ਨੇ ਬਿਲਕੁਲ ਜਿਹੜਾ ਸੀ ਉਹ ਸਫਾਇਆ ਕਰਤਾ ਸੀ, ਲਿਬਰਲ ਪਾਰਟੀ ਦਾ ਇੱਕ ਵੀ ਸੀਟ ਨਹੀਂ ਮਿਲੀ ਸੀ। ਲਿਬਰਲ ਪਾਰਟੀ ਨੂੰ 33 ਸੀਟਾਂ ਜਿਹੜੀਆਂ ਸੀ ਉਹ ਕੰਜ਼ਰਵੇਟਿਵ ਪਾਰਟੀ ਤੇ ਇੱਕ ਐਨਡੀਪੀ ਨੂੰ ਮਿਲੀ ਸੀ। ਇਸ ਵਾਰ ਇੱਕ ਸੀਟ ਉੱਥੋਂ ਮਿਲਦੀ ਦਿਖਾਈ ਦੇ ਰਹੀ ਹੈ ਲਿਬਰਲ ਨੂੰ। ਸੋ ਦੇਖਦੇ ਆ ਬਾਕੀ ਕੀ ਬਣਦਾ ਹੈ, ਪਰ ਇਸ ਵਕਤ ਕਾਂਟੇ ਦੀ ਟੱਕਰ ਜਿਹੜੀ ਉਹ ਅਸੀਂ ਕਹਿ ਸਕਦੇ ਹਾਂ ਕਿ ਚੱਲ ਰਹੀ ਹੈ। ਬਿਲਕੁਲ। ਇਹ ਜਿਹੜੀ ਅਗਲੀ ਖਬਰ ਜਿਸ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ, ਇਹ ਜਿਹੜੇ ਟੂਰਿਸਟ ਵੀਜ਼ਾ ਵਾਲੇ ਨੇ ਉਹਨਾਂ ਨੂੰ ਬਹੁਤ ਚੰਗੀ ਜਿਹੜੀ ਉਹਨਾਂ ਦੇ ਲਈ ਰਾਹਤ ਲੈ ਕੇ ਆਈ ਹੈ, ਕਿਉਂਕਿ ਕੱਲ ਤੋਂ ਕੈਨੇਡਾ ਦੇ ਵਿੱਚ ਟੂਰਿਸਟ ਵੀਜ਼ਾ ਵਾਲੇ ਯਾਤਰੀਆਂ ਦਾ ਸਵਾਗਤ ਕੀਤਾ ਜਾਵੇਗਾ। ਬੜੇ ਲੰਬੇ ਸਮੇਂ ਤੋਂ ਇਹ ਜਿਹੜਾ ਸਵਾਲ ਪੁੱਛਿਆ ਜਾ ਰਿਹਾ ਸੀ, ਜਦੋਂ ਕੈਨੇਡਾ ਨੇ ਐਲਾਨ ਵੀ ਕਰ ਦਿੱਤਾ ਸੀ ਕਿ 7 ਸਤੰਬਰ ਤੋਂ ਉਹਨਾਂ ਵੱਲੋਂ ਵੱਖ-ਵੱਖ ਦੇਸ਼ਾਂ ਦੇ ਅਜਿਹੇ ਯਾਤਰੀਆਂ ਦਾ ਸਵਾਗਤ ਕੀਤਾ ਜਾਵੇਗਾ ਜਿਨ੍ਹਾਂ ਦੇ ਕੋਲ ਟੂਰਿਸਟ ਵੀਜ਼ਾ ਨੇ। ਤੇ ਬੜੀ ਇੱਕ ਸ਼ੰਕਾ ਵੀ ਸੀ, ਕਈ ਯਾਤਰੀ ਬਾਰ-ਬਾਰ ਫੋਨ ਕਰਕੇ ਪੁੱਛ ਰਹੇ ਸਨ ਕਿ ਸਾਡੀ ਟਿਕਟ ਕੈਂਸਲ ਤਾਂ ਨਹੀਂ ਹੋਗੀ, ਕਿ ਵਾਕਈ ਕੈਨੇਡਾ ਜਿਹੜਾ 7 ਸਤੰਬਰ ਨੂੰ ਦਰਵਾਜ਼ੇ ਖੋਲ ਦੇਵੇਗਾ। ਸੋ ਆਖਿਰਕਾਰ ਜਿਹੜੇ ਕੱਲ ਤੋਂ ਟੂਰਿਸਟ ਵੀਜ਼ਾ ਵਾਲੇ ਯਾਤਰੀ ਨੇ ਉਹ ਕੈਨੇਡਾ ਦੇ ਵਿੱਚ ਦਾਖਲ ਹੋ ਰਹੇ ਨੇ, ਇਹਨਾਂ ਦੇ ਬਾਰੇ ਵਧੇਰੇ ਜਾਣਕਾਰੀ ਤੁਹਾਡੇ ਤੋਂ ਹਾਸਲ ਕਰਨਾ ਚਾਹਾਂਗੇ ਕਿ ਕਿਹੜੇ ਨਿਯਮ ਨੇ ਤੇ ਕਿਹੜੀਆਂ ਗੱਲਾਂ ਦਾ ਖਾਸ ਖਿਆਲ ਰੱਖਣਾ ਹੋਵੇਗਾ। ਬਿਲਕੁਲ, ਜਿਹੜੇ ਬਾਕੀ ਹੁਣ ਤੱਕ ਨਿਯਮ ਚੱਲ ਰਿਹਾ ਸੀ ਨਿਯਮ ਉਹੀ ਰਹਿਣਗੇ, ਜਿਹਦੇ ਵਿੱਚ ਇਹ ਆ ਜੇਕਰ ਅਸੀਂ ਕਿਉਂਕਿ ਬਹੁਤੀ ਅਸੀਂ ਗੱਲ ਕਰਦੇ ਹਾਂ ਭਾਰਤ ਦੇ ਪੱਖ ਤੋਂ ਲੈ ਕੇ ਜਾਂ ਪੰਜਾਬੀਆਂ ਦੇ ਪੱਖ ਤੋਂ ਲੈ ਕੇ, ਕਿਉਂਕਿ ਉਧਰੋਂ ਸਾਡੇ ਦਰਸ਼ਕ ਵੀ ਬਹੁਤੀ ਆਡੀਅנס ਵੀ ਉੱਥੋਂ ਇਸ ਸੰਬੰਧ ਰੱਖਦੀ ਆ। ਹਾਲਾਂਕਿ ਹੋਰਨਾਂ ਜੇਕਰ ਅਸੀਂ ਮੁਲਕਾਂ ਤੋਂ ਗੱਲ ਕਰੀਏ ਤਾਂ ਕੋਈ ਬਹੁਤੀ ਦਿੱਕਤ ਦੀ ਗੱਲ ਨਹੀਂ, ਕਿਉਂਕਿ ਉੱਥੋਂ ਫਲਾਈਟਾਂ ਆਲਰੇਡੀ ਚੱਲ ਰਹੀਆਂ ਨੇ। ਜੇ ਕਿਸੇ ਨੇ ਇੰਗਲੈਂਡ ਤੋਂ ਆਉਣਾ ਆ ਜਾਂ ਕਿਸੇ ਹੋਰ ਮੁਲਕ ਤੋਂ ਆਉਣਾ ਆ, ਅਮਰੀਕਾ ਤੋਂ ਆਉਣਾ ਆ, ਉਹ ਆ ਸਕਦੇ ਨੇ। ਪਰ ਗੱਲ ਜੇਕਰ ਅਸੀਂ ਪੰਜਾਬ ਦੀ ਕਰੀਏ, ਇੰਡੀਆ ਦੀ ਕਰੀਏ ਤਾਂ ਉੱਥੋਂ ਇਸ ਵਕਤ ਡਾਇਰੈਕਟ ਫਲਾਈਟਾਂ ਜਿਹੜੀਆਂ ਉਹ ਬੰਦ ਨੇ। ਸੋ ਕਿਸੇ ਹੋਰ ਥਾਂ ਤੋਂ ਇਨਡਾਇਰੈਕਟ ਫਲਾਈਟਾਂ ਲੈ ਕੇ ਜਿਹੜੇ ਲੋਕ ਆ ਰਹੇ ਨੇ, ਹੁਣ ਆ ਜਿਹੜੇ ਆ ਉਹ ਵਿਜ਼ਟਰ ਵੀਜ਼ਾ ਵਾਲੇ ਵੀ ਸਕਦੇ ਆ, ਪਰ ਉਹਦੇ ਵਿੱਚ ਜਿਹੜੀਆਂ ਸ਼ਰਤਾਂ ਇਹੀ ਆ ਕਿ ਇੱਕ ਤਾਂ ਉਹਨਾਂ ਦੇ ਵੈਕਸੀਨ ਲੱਗੀ ਹੋਣੀ ਚਾਹੀਦੀ ਆ, ਔਰ ਵੈਕਸੀਨ ਉਹ ਲੱਗੀ ਹੋਣੀ ਚਾਹੀਦੀ ਆ ਜਿਹਨੂੰ ਕੈਨੇਡਾ ਨੇ ਮਾਨ ਦਿੱਤੀ ਹੋਈ ਹੈ, ਹੈਲਥ ਕੈਨੇਡਾ ਨੇ। ਔਰ ਜੇਕਰ ਅਸੀਂ ਭਾਰਤ ਦੇ ਨਜ਼ਰੀਏ ਤੋਂ ਗੱਲ ਕਰੀਏ ਤਾਂ ਉੱਥੇ ਕੋਵਿਸ਼ੀਲਡ ਵੈਕਸੀਨ ਜਿਹੜੀ ਹੈ ਐਸਟਰਾਜੈਨੇਕਾ ਨਾਲ ਮਿਲ ਕੇ ਬਣਾਈ ਗਈ ਆ, ਉਹ ਜਿਹਦੇ ਲੱਗੀ ਆ ਉਹਨੂੰ ਇੱਥੇ ਅਪਰੂਵਲ ਹੈਗੀ ਆ। ਕੋਵੈਕਸੀਨ ਜਿਹੜੀ ਆ ਜਾਂ ਹੋਰ ਕੋਈ ਸਪੂਤਨਿਕ ਜਿਹੜੀਆਂ ਜਾਂ ਰਸ਼ੀਅਨ ਵੈਕਸੀਨ ਆ, ਉਹਨੂੰ ਮਾਨਤਾ ਇੱਥੇ ਨਹੀਂ ਮਿਲੀ ਆ। ਸੋ ਇਸ ਕਰਕੇ ਜਿਹੜੀ ਕੋਵਿਸ਼ੀਲਡ ਵੈਕਸੀਨ ਵਾਲੇ ਲੋਕ ਆ ਉਹ ਆ ਸਕਦੇ ਆ। ਔਰ ਇਹਦੇ ਨਾਲ ਹੀ ਜੇਕਰ ਅਸੀਂ ਗੱਲ ਕਰੀਏ ਕਿ ਹੁਣ ਭਾਰਤ ਤੋਂ ਇੱਕ ਹੋਰ ਦਿੱਕਤ ਇਹ ਆ ਕਿ ਭਾਰਤ ਤੋਂ ਕਿਉਂਕਿ ਇਹ ਜ਼ਰੂਰੀ ਆ ਕਿ ਆਪਣੀ ਨੈਗੇਟਿਵ ਰਿਪੋਰਟ ਜਿਹੜੀ ਲੈ ਕੇ ਆਉਣੀ ਕੋਵਿਡ ਦੀ ਉਹ ਜ਼ਰੂਰੀ ਆ, ਤੇ 72 ਘੰਟੇ ਦੇ ਅੰਦਰ ਅੰਦਰ ਉਹ ਟੈਸਟ ਹੋਇਆ ਹੋਣਾ ਚਾਹੀਦਾ ਆ। ਸੋ ਉਹਦੇ ਤੋਂ ਹੁਣ ਇਹ ਆ ਕਿ ਭਾਰਤ ਦੀ ਜਿਹੜੀ ਰਿਪੋਰਟ ਹੈ ਇੱਥੇ ਮਨਜ਼ੂਰ ਨਹੀਂ ਕੀਤੀ ਜਾ ਰਹੀ, ਕਿਉਂਕਿ ਅਸੀਂ ਇੱਥੇ ਕਾਰਨ ਪੁੱਛਿਆ ਸੀ, ਜਿਹੜੇ ਅਸੀਂ 2 MP ਜਿਹੜੇ ਇੱਥੇ ਨੇ ਲਿਬਰਲ ਪਾਰਟੀ ਦੇ, ਉਹਨਾਂ ਨਾਲ ਅਧਿਕਾਰਿਤ ਤੌਰ ਤੇ ਗੱਲ ਕੀਤੀ ਤਾਂ ਉਹਨਾਂ ਨੇ ਔਨ ਰਿਕਾਰਡ ਕਿਹਾ ਕਿ ਕੁਝ ਇਹੋ ਜਿਹੀਆਂ ਰਿਪੋਰਟਾਂ ਆਈਆਂ ਸੀ ਇੰਡੀਆ ਤੋਂ, ਕੁਝ ਲੋਕ ਜਿਹੜੇ ਆਏ ਸੀ ਉਹ ਜਾਲੀ ਆਪਣੀਆਂ ਰਿਪੋਰਟਾਂ ਲੈ ਕੇ ਆਏ ਨੈਗੇਟਿਵ ਦੀਆਂ। ਸੋ ਇਸ ਕਰਕੇ ਕਹਿੰਦੇ ਕਿ ਉਸ ਤੋਂ ਬਾਅਦ ਜਿਹੜਾ ਸੀ ਭਾਰਤ ਤੋਂ ਇਹ ਜਿਹੜੇ ਸੀ ਇਹ ਕਰ ਦਿੱਤਾ ਗਿਆ ਕਿ ਜਿਹੜੀ ਭਾਰਤ ਤੋਂ ਰਿਪੋਰਟ ਟੈਸਟ ਦੀ ਹੋਵੇਗੀ ਉਹ ਅਸੀਂ ਇੱਥੇ ਅਪਰੂਵ ਨਹੀਂ ਕਰਾਂਗੇ। ਸੋ ਹੁਣ ਕਰਨਾ ਕੀ ਪਵੇਗਾ, ਜਿੱਥੇ ਦੇ ਤੁਸੀਂ ਇੰਟਰੈਕਟ ਫਲਾਈਟ ਲਓਗੇ, ਕਿਉਂਕਿ ਉਦਾਹਰਨ ਦੇ ਤੌਰ ਤੇ ਹੁਣ ਮੈਕਸੀਕੋ ਵਾਇਆ ਆ ਰਹੇ ਨੇ, ਸਰਬੀਆ ਦੀ ਆ ਰਹੇ ਨੇ, ਯੂਰਪ ਕੰਟਰੀਆਂ ਵਿੱਚ ਦੀ ਲੋਕ ਆ ਰਹੇ ਨੇ, ਜਾਂ ਮਸਕਟ ਦੁਬਈ ਵੱਲ ਦੀ ਆ ਰਹੇ ਨੇ। ਸੋ ਉੱਥੇ ਜਾ ਕੇ ਤੁਹਾਨੂੰ ਉੱਥੋਂ ਕੋਵਿਡ ਟੈਸਟ ਕਰਵਾਉਣਾ ਪਵੇਗਾ ਤੇ ਉੱਥੇ ਦੀ ਰਿਪੋਰਟ ਜਿਹੜੀ ਆ ਫਿਰ ਇੱਥੇ ਆ ਕੇ ਤੁਹਾਨੂੰ ਦਿਖਾਉਣੀ ਪਵੇਗੀ, ਫਿਰ ਤੁਹਾਨੂੰ ਇੱਥੇ ਐਂਟਰੀ ਜਿਹੜੀ ਆ ਉਹ ਦਿੱਤੀ ਜਾਵੇਗੀ। ਸੋ ਭਾਰਤ ਤੋਂ ਹਲੇ ਇਹ ਲੱਗਦਾ ਕਿ ਸ਼ਾਇਦ ਵਿਜ਼ਟਰ ਉਨੀ ਤਾਦਾਦ ਦੇ ਵਿੱਚ ਨਹੀਂ ਆਉਣਗੇ, ਕਿਉਂਕਿ ਇਸ ਤਰੀਕੇ ਨਾਲ ਘੁੰਮ ਘੁਮਾ ਕੇ ਟਿਕਟਾਂ ਜਿਹੜੀਆਂ ਨੇ ਬਹੁਤ ਮਹਿੰਗੀਆਂ ਪੈਂਦੀਆਂ ਨੇ, ਖੱਜਲ ਖੁਆਰੀ ਵੱਧ ਹੁੰਦੀ ਆ। ਉੱਥੇ ਜਾ ਕੇ ਵੀ ਉਹਨਾਂ ਨੂੰ ਕਈ ਵਾਰ ਇਹ ਹੋ ਸਕਦਾ ਕਿ ਕਈ ਵਾਰ ਖੜੇ ਪੈਰ ਤੁਹਾਨੂੰ ਕਹਿ ਦਿੰਦੇ ਕਿ ਤੁਹਾਨੂੰ ਇੱਥੇ ਕੁਆਰੰਟੀਨ ਕਰਨਾ ਪਵੇਗਾ, ਉਹਦੀ ਵੀ ਇੱਕ ਖਤਰਾ ਬਣਿਆ ਰਹਿੰਦਾ। ਸੋ ਹੁਣ ਜਦੋਂ ਤੱਕ ਫਲਾਈਟਾਂ ਨਹੀਂ ਖੁੱਲਦੀਆਂ ਸੋ ਭਾਰਤ ਲਈ ਥੋੜਾ ਔਖਾ ਰਹੇਗਾ। ਬਾਕੀ ਕੱਲ੍ਹ ਨੂੰ ਵਿਜ਼ਟਰ ਵੀਜ਼ੇ ਵਾਲੇ ਵੀ ਹੁਣ ਲੋਕ ਕੈਨੇਡਾ 'ਚ ਦਾਖਲ ਹੋ ਸਕਣਗੇ। ਸ਼ਰਤ ਇਹੀ ਹੈ ਕਿ ਉਹਨਾਂ ਦੇ ਵੈਕਸੀਨ ਜਿਹੜੀ ਲੱਗੀ ਹੋਣੀ ਚਾਹੀਦੀ ਆ। ਅਰਾਈਵ ਜਿਹੜੀ ਕੈਨੇਡਾ ਦੀ ਐਪ ਆ ਉਹਦੇ ਉੱਤੇ ਉਹਦੀ ਜਾਣਕਾਰੀ ਤੁਹਾਨੂੰ ਅਪਲੋਡ ਕਰਨੀ ਪਵੇਗੀ ਤੇ ਨਾਲ ਇੱਕ ਨੈਗੇਟਿਵ ਰਿਪੋਰਟ ਵੀ ਤੁਹਾਨੂੰ ਲੈ ਕੇ ਆਉਣੀ ਪਵੇਗੀ, ਜੋ ਕਿ 72 ਘੰਟੇ ਪਹਿਲੇ ਦੀ ਘੱਟੋ ਘੱਟ ਹੋਵੇਗੀ। ਸੋ ਇਸ ਤਰੀਕੇ ਨਾਲ ਤੁਸੀਂ ਹੁਣ ਕੈਨੇਡਾ 'ਚ ਆ ਸਕਦੇ ਹੋ।
ਜੀ ਬਿਲਕੁਲ, ਯਾਤਰੀਆਂ ਦੇ ਵਾਸਤੇ ਚੰਗੀ ਤੇ ਰਾਹਤ ਦੀ ਖਬਰ ਹੈ ਕਿਉਂਕਿ ਕਾਫ਼ੀ ਦੇਰ ਤੋਂ ਉਹਨਾਂ ਵੱਲੋਂ ਅਜਿਹਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਕੈਨੇਡਾ ਕਦੋਂ ਉਹਨਾਂ ਨੂੰ ਦਾਖਲੇ ਦੀ ਇਜਾਜ਼ਤ ਦਿੰਦਾ ਹੈ। ਸੋ ਅੱਜ तमाम ਖਬਰਾਂ ਦੇ ਉੱਪਰ ਅਸੀਂ ਵਿਚਾਰ ਚਰਚਾ ਕੀਤੀ ਹੈ, ਗੱਲ ਸਿਆਸਤ ਦੀਆਂ ਖਬਰਾਂ ਦੀ ਵੀ ਹੋਈ ਹੈ ਤੇ ਗੱਲ ਜਿਹੜੀਆਂ ਬਾਕੀ ਹੋਰ तमाम ਵੱਡੀਆਂ ਖਬਰਾਂ ਨੇ ਉਸ ਦੀ ਵੀ ਕੀਤੀ ਹੈ। ਬਾਕੀ ਦੀਆਂ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਟੀਵੀ ਪੰਜਾਬ ਦੇ ਨਾਲ ਤੇ ਸਾਨੂੰ ਦਿਓ ਇਜਾਜ਼ਤ।